ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਰਿੰਦਰ ਢੱਲਾ। ਭਾਰਤੀ ਹਵਾਈ ਫੌਜ ਵੱਲੋਂ ਜਿਸ ਤਰ੍ਹਾਂ ਨਾਲ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਖੁਸ਼ ਹੋਣ ਦਾ ਮੌਕਾ ਜ਼ਰੂਰ ਹੈ ਪੂਰੇ ਦੇਸ਼ ਕੋਲੇ ਕਿ ਅਸੀਂ 45 ਸਾਡੇ ਜਵਾਨ ਸ਼ਹੀਦ ਕੀਤੇ ਅੱਤਵਾਦੀਆਂ ਨੇ। ਖੁਸ਼ ਹੋਣ ਦਾ ਮੌਕਾ ਹੈ ਕਿ ਅਸੀਂ ਉਹਦਾ ਬਦਲਾ ਲੈ ਲਿਆ। ਪਰ ਜਿਸ ਤਰੀਕੇ ਦੇ ਨਾਲ ਇਸ ਹਮਲੇ ਦੀ ਮਾਰਕੀਟਿੰਗ ਹੋ ਰਹੀ ਹੈ, ਕਿਤੇ ਨਾ ਕਿਤੇ ਯੁੱਧ ਦਾ ਮੈਦਾਨ ਵੀ ਤਿਆਰ ਹੋ ਰਿਹਾ ਹੈ। ਔਰ ਬਹੁਤ ਸਾਰੇ ਲੋਕ ਮੰਗ ਕਰ ਰਹੇ ਨੇ, ਸਾਡੇ ਦੇਸ਼ ਦੇ ਸਾਰੇ ਦੇਸ਼ ਭਗਤ ਚੈਨਲਾਂ ਤੇ ਬਹੁਤ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਪਾਕਿਸਤਾਨ ਨਾਲ ਯੁੱਧ ਛੇੜ ਦੇਣਾ ਚਾਹੀਦਾ। ਮੈਂ ਪੰਜਾਬ ਦੀ ਗੱਲ ਕਰਦਾ। ਜਦੋਂ ਯੁੱਧ ਦੀ ਗੱਲ ਹੁੰਦੀ ਹੈ ਤੇ ਪੰਜਾਬ ਦੇ ਸਰਹੱਦਾਂ ਤੇ ਰਹਿਣ ਵਾਲੇ ਲੋਕ ਚਿੰਤਾ 'ਚ ਪੈ ਜਾਂਦੇ ਨੇ, ਪਸ਼ੂ ਡੰਗਰ ਵੀ ਚਿੰਤਾ 'ਚ ਪੈ ਜਾਂਦੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਡਰ ਤੇ ਭੈ ਦਾ, ਉਹ ਪੰਜਾਬ ਦੇ ਲਈ ਕਦੀ ਵੀ ਸਿਹਤਮੰਦ ਨਹੀਂ ਹੁੰਦਾ। ਕੁਝ ਸਮਾਂ ਪਹਿਲਾਂ ਵੀ ਜਦੋਂ ਸਰਹੱਦ ਤੇ ਤਣਾਅ ਹੋਇਆ ਤੇ ਬੱਚਿਆਂ ਦੇ ਇਮਤਿਹਾਨਾਂ ਦੀ ਪੜ੍ਹਾਈ ਖਰਾਬ ਹੋਈ, ਲੋਕ ਆਪਣੇ ਰਿਸ਼ਤੇਦਾਰਾਂ ਕੋਲੇ ਚਲੇ ਗਏ ਤੇ ਹੁਣ ਇੱਕ ਵਾਰੀ ਫੇਰ ਉਸੇ ਤਰ੍ਹਾਂ ਦਾ ਡਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਦੇਖਿਆ ਜਾ ਰਿਹਾ ਹੈ। ਸੋ ਮੂਲ ਰੂਪ ਦੇ ਵਿੱਚ ਬਹੁਤ ਸਾਰੇ ਲੋਕ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਜਿਹੜੇ ਮੋਮਬੱਤੀਆਂ ਬਾਲਦੇ ਨੇ ਇਸ ਆਸ ਨਾਲ ਕਿ ਦੋਹੇ ਮੁਲਕ ਇਕੱਠੇ ਹੋ ਜਾਣ, ਜੰਗ ਦਾ ਖਤਰਾ ਟਲੇ। ਹੁਣ ਇੱਕ ਵਾਰੀ ਫੇਰ ਇਸੇ ਮਸਲੇ ਤੇ ਗੱਲ ਕਰਨ ਦੀ ਲੋੜ ਹੈ ਕਿ ਕੀ ਅਸੀਂ ਪਾਕਿਸਤਾਨ ਨਾਲ ਜਾਂ ਪਾਕਿਸਤਾਨ ਸਾਡੇ ਨਾਲ ਜੰਗ ਕਰਨਾ ਚਾਹੁੰਦਾ ਹੈ? ਕੀ ਭਾਰਤ ਵਾਸੀ ਹਾਂ ਅਸੀਂ ਸਾਰੇ ਜੰਗ ਕਰਨਾ ਚਾਹੁੰਦੇ ਹਾਂ ਜਾਂ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ? ਔਰ ਉਹਦੇ ਢੰਗ ਤਰੀਕੇ ਕੀ ਹੋ ਸਕਦੇ ਨੇ? ਕੀ ਜੰਗ ਨਾਲ ਮਸਲੇ ਹੱਲ ਹੋ ਜਾਣਗੇ? ਮੇਰੇ ਨਾਲ ਮਾਹਰ ਮਹਿਮਾਨ ਸਟੂਡੀਓ ਦੇ ਵਿੱਚ ਮੌਜੂਦ ਨੇ, ਸਾਰਿਆਂ ਦੇ ਨਾਲ ਗੱਲ ਕਰਦੇ ਹਾਂ। ਮੇਰੇ ਨਾਲ ਮੌਜੂਦ ਨੇ ਸੰਤੋਖ ਸਿੰਘ ਔਜਲਾ ਸਾਹਿਬ, ਜਿਹੜੇ ਕਿ ਰਾਜਨੀਤਿਕ ਮਾਮਲਿਆਂ ਦੇ ਮਾਹਰ ਨੇ, ਬਹੁਤ ਮੰਨੇ ਪ੍ਰਮੰਨੇ ਲੇਖਕ ਵੀ ਨੇ। ਬਹੁਤ ਸਵਾਗਤ ਹੈ ਔਜਲਾ ਸਾਹਿਬ ਤੁਹਾਡਾ। ਔਰ ਮੇਰੇ ਨਾਲ ਮੌਜੂਦ ਨੇ ਕਰਨਲ ਦਰਸ਼ਨ ਸਿੰਘ ਢਿੱਲੋਂ ਸਾਹਿਬ। ਦਰਸ਼ਨ ਸਿੰਘ ਢਿੱਲੋਂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਲੰਮਾ ਸਮਾਂ ਇਹਨਾਂ ਨੇ ਫੌਜ ਦੇ ਵਿੱਚ ਸੇਵਾ ਨਿਭਾਈ ਹੈ ਔਰ ਬਹੁਤ ਸਾਰੇ ਬੰਬ ਨੇ ਜਿਹੜੇ ਇਹਨਾਂ ਨੇ ਉਹਨਾਂ ਦੀ ਹਵਾ ਕੱਢਤੀ ਬੰਬਾਂ ਦੀ, ਦੇਸੀ ਭਾਸ਼ਾ 'ਚ ਗੱਲ ਕਰਾਂ ਤਾਂ। ਤੇ ਮੇਰੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਰਤ ਭੂਸ਼ਣ ਕੌਸ਼ਿਕ ਸਾਹਿਬ, ਨਾਰਥ ਈਸਟ ਸੈੱਲ ਦੇ ਨਾਲ ਸਰਗਰਮ ਨੇ। ਔਰ ਪੁਰਸ਼ੋਤਮ ਖਲੀਫਾ ਜੀ ਮੇਰੇ ਨਾਲ ਮੌਜੂਦ ਨੇ, ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ। ਸਾਡੇ ਜਗਰਾਓਂ ਹਲਕੇ ਦੇ ਨਾਲ ਇਹਨਾਂ ਦਾ ਸਬੰਧ ਹੈ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਖਲੀਫਾ ਜੀ। ਸਭ ਤੋਂ ਪਹਿਲੀ ਟਿੱਪਣੀ ਮੈਂ ਤੁਹਾਡੇ ਤੋਂ ਹੀ ਲੈਣਾ ਚਾਹੂੰਗਾ, ਔਜਲਾ ਸਾਹਿਬ, ਹੁਣ ਕੀ ਹੋਊਗਾ ਕਿ ਜੋ ਕੁਝ ਹੋਇਆ ਹੈ ਇਸ ਤੋਂ ਬਾਅਦ ਕੀ ਅਸੀਂ ਗੱਲਬਾਤ ਦੀ ਆਸ ਰੱਖਦੇ ਹਾਂ ਜਾਂ ਅਸੀਂ ਤਿਆਰੀ ਕਰੀਏ ਕਿ ਹੁਣ ਦੂਜੇ ਪਾਸਿਓਂ ਕੁਝ ਹੋਊਗਾ? ਦੇਖੋ, ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੀ। ਦੀ ਗੱਲ ਤਾਂ ਇਹ ਹੈ, ਦੁਨੀਆ 'ਚ ਜਿੰਨੇ ਵੀ ਜੰਗਾਂ ਹੋਈਆਂ ਉਹਦੇ ਬਾਅਦ ਮਸਲੇ ਜਿਹੜੇ ਆ ਉਹ ਗੱਲਬਾਤ ਨਾਲ ਹੋਏ ਜੀ। ਸੋ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਕਸ਼ਮੀਰ ਦਾ ਮਾਹੌਲ ਜਿਹੜਾ ਉਹ ਬੜਾ ਟੈਨਸ਼ਨ ਵਾਲਾ ਸੀਗਾ ਤੇ ਆ ਰੀਸੈਂਟ ਜਿਹੜਾ ਅਟੈਕ ਹੋਇਆ CRP ਦੇ, ਉਦੋਂ ਬਾਅਦ ਹੋਰ ਟੈਨਸ਼ਨ ਵਧੀ ਹੈ, ਦੇਸ਼ ਵਿੱਚ ਵੀ ਵਧੀ ਹੈ, ਉਹਦੇ ਇਲੈਕਸ਼ਨ ਵੀ ਹੋਇਆ। ਉਹ ਜੈਨੂਨ ਹੈ ਵੀ 40 ਬੰਦੇ ਮਰ ਜਾਣ ਇੱਕ ਅਟੈਕ ਦੇ ਵਿੱਚ ਤੇ ਲੋਕ ਇਲੈਕਸ਼ਨ ਹੋਣਾ ਨੈਚੁਰਲ ਜੀ। ਪਰ ਸਿਆਣਪ ਇਸ ਗੱਲ 'ਚ ਹੁੰਦੀ ਹੈ ਵੀ ਇਸ ਗੱਲ ਨੂੰ ਅੱਗੇ ਨਾ ਵਧਾਇਆ ਜਾਵੇ ਜੀ। ਉਹਦਾ ਫਿਰ ਦੇਖਣਾ ਚਾਹੀਦਾ ਵੀ ਮਸਲਾ ਜਿਹੜਾ ਹੈਗਾ ਉਹਨੂੰ ਕਿਵੇਂ ਹੱਲ ਕਰਨਾ। ਆਪਾਂ ਦੁਨੀਆ ਨੂੰ ਇਹ ਗੱਲ ਨਹੀਂ ਹੋਣੀ ਚਾਹੀਦੀ। ਠੀਕ ਆ, ਸਾਨੂੰ ਬਹੁਤ ਅਫਸੋਸ ਹੈ ਵੀ ਸਾਡੇ ਜਵਾਨ ਸ਼ਹੀਦ ਹੋ ਗਏ, ਵਿਚਾਰੇ ਗਰੀਬ ਘਰਾਂ ਦੇ ਬੰਦੇ ਜਿਹੜੇ, ਪਰ ਉਹਨਾਂ ਨੂੰ ਸ਼ਹੀਦ ਕਰਨ ਵਾਲਾ ਕੌਣ ਸੀਗਾ ਜੀ? ਸਾਡਾ ਹੀ ਬੰਦਾ ਸੀ ਜੀ, ਸਾਡੇ ਦੇਸ਼ ਦਾ ਸੀਗਾ। ਸੋ ਉਹ ਜਿਹੜਾ ਹੈਗਾ ਉਹਨੂੰ ਕਿਹਨੇ ਚੱਕਿਆ, ਕਿਵੇਂ ਚੱਕਿਆ, ਉਹ ਜਿਹੜੀਆਂ ਗੱਲਾਂ, ਉਹ ਸਾਰੇ ਮਸਲੇ ਜਿਹੜੇ ਆ ਨਾ, ਉਹ ਸਾਡੀਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਸ਼ਮੀਰ ਦਾ ਕੋਈ ਹੱਲ ਜਿਹੜਾ ਹੈਗਾ ਉਹ ਲੱਭਣਾ ਚਾਹੀਦਾ। ਮੈਂ ਇੱਕ ਸਵਾਲ ਕਰੂੰਗਾ। ਇੱਕ ਗੱਲ ਤਾਂ ਚੰਗੀ ਹੈ ਕਿ ਫੌਜ ਨੇ ਅੱਤਵਾਦੀ ਕੈਂਪਾਂ ਤੇ ਹਮਲਾ ਕੀਤਾ ਹੈ। ਪਾਕਿਸਤਾਨ ਕਿਸ ਨਜ਼ਰੀਏ ਨਾਲ ਇਹਨੂੰ ਦੇਖਦਾ ਹੋਊਗਾ? ਪਾਕਿਸਤਾਨ ਤਾਂ ਮੰਨਦਾ ਨਹੀਂ ਕਿ ਸਾਡੇ ਅੱਤਵਾਦੀਆਂ ਨੇ ਉਹ ਹਮਲਾ ਕੀਤਾ। ਸਾਡੇ ਕੋਲੇ ਸਬੂਤ ਨੇ ਕਿ ਦਹਿਸ਼ਤਗਰਦੀ ਹਮਲਾ ਸੀ, ਸਾਡੇ ਫੌਜੀ ਸ਼ਹੀਦ ਹੋ ਗਏ। ਅਸੀਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਤੇ ਹਮਲਾ ਕਰਤਾ। ਪਾਕਿਸਤਾਨ ਦਾ, ਕਿਉਂਕਿ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਪਾਕਿਸਤਾਨ ਤੋਂ ਕਿ ਤੁਸੀਂ ਸਾਡੇ ਮੁਲਕ 'ਚ ਆ ਕੁਝ ਕੀਤਾ, ਅਸੀਂ ਕਰਾਂਗੇ, ਸਾਡੇ ਤਾਂ ਅੱਤਵਾਦੀ ਹੈ ਨਹੀਂ। ਪਾਕਿਸਤਾਨ ਦਾ ਨਜ਼ਰੀਆ ਕੀ ਹੋਊਗਾ ਜਵਾਬੀ ਕਾਰਵਾਈ? ਨਹੀਂ, ਦੇਖੋ, ਇਹ ਜਿਹੜਾ ਰਿਐਕਸ਼ਨ ਇੰਡੀਆ ਦਾ ਹੈਗਾ ਇਹ ਜੈਨੂਇਨ ਜੀ, ਸਮਝੇ ਨਾ ਵੀ ਇੱਕ ਪ੍ਰੈਸ਼ਰ ਵੀ ਹੈਗਾ, ਇੱਕ ਉਹਨਾਂ ਨੂੰ ਕੋਈ ਮਾੜਾ ਮੋਟਾ ਸਬਕ ਵੀ ਸਿਖਾਉਣਾ ਜਿਹੜੇ ਬੰਦੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਵਾਰਦਾਤਾਂ ਕਰਦੇ ਆ। ਪਰ ਇਹ ਹੱਲ ਨਹੀਂ ਹੈ। ਜੇ ਇਹ ਗੱਲ ਵੱਧਦੀ ਹੈ ਤਾਂ ਫਿਰ ਜ਼ਿੰਮੇਵਾਰੀ ਜਿਹੜੀ ਹੈ ਦੋਹਾਂ ਸਰਕਾਰਾਂ ਦੀ ਹੁੰਦੀ ਹੈ ਜੀ। ਜੰਗ ਜਿਹੜੀ ਹੈ ਇਹਦੇ ਨਾਲ ਬੰਦੇ ਮਰਦੇ ਆ। ਜੰਗ ਨਾਲ ਮਸਲਾ ਨਿਬੜ ਜੂ ਜੀ? ਜੰਗ ਨਾਲ ਨਹੀਂ ਮਸਲਾ, ਇਹ ਜੰਗ ਨਾਲ ਮਸਲੇ ਨਿਬੜਦੇ ਜਦੋਂ ਹਥਿਆਰਾਂ ਨਾਲ ਜੰਗ ਹੁੰਦੀ ਸੀ, ਕਿਰਪਾਨਾਂ ਨਾਲ, ਨੇਜਿਆਂ ਨਾਲ। ਹੁਣ ਜਿਹੜੇ ਹਥਿਆਰ ਆ ਉਹ ਇੰਨੇ ਖਤਰਨਾਕ ਆ। ਸੋ ਉਹ ਟੈਕਨੋਲੋਜੀ ਉਹਨਾਂ ਕੋਲ ਵੀ ਹੈਗੀ ਆ, ਸਾਡੇ ਕੋਲ ਵੀ ਹੈਗੀ ਆ। ਸੋ ਸਾਡੀ ਕੋਸ਼ਿਸ਼ ਇਹ ਚਾਹੀਦੀ ਹੈ ਵੀ ਇਸ ਮਸਲੇ ਨੂੰ
ਗੱਲਬਾਤ ਨਾਲ ਨਜਿੱਠ ਗਏ। ਮੈਨੂੰ ਇੱਕ ਬਹੁਤ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਇੰਡੀਆ ਦੀ ਸਰਕਾਰ ਜਿਹੜੀ ਹੈ ਨਾ ਉਹ ਇਸ ਪਾਸੇ ਨਹੀਂ ਤੁਰ ਰਹੀ ਵੀ ਮਸਲਾ ਜਿਹੜਾ ਹੈਗਾ ਉਹਨੂੰ ਗੱਲਬਾਤ ਨਾਲ ਹੱਲ ਕਰੀਏ। ਜੀ ਚਲੋ, ਸਾਡੀ ਸਰਕਾਰ ਕਹਿੰਦੇ ਵੀ ਉਹ ਅੱਤਵਾਦ ਦੇ ਮਸਲੇ ਤੇ ਜੇ ਗੱਲ ਕਰਦੇ ਤੇ ਅਸੀਂ ਕਰਦੇ, ਪੁਰਾਣੀ ਗੱਲ ਸੀ, ਚਲੋ ਲੇਟੈਸਟ ਹੁਣ ਵੀ ਉਸ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ। ਦਰਸ਼ਨ ਸਿੰਘ ਜੀ, ਤੁਹਾਡੀ ਟਿੱਪਣੀ ਲੈਣਾ ਚਾਹੂੰਗਾ। ਪਹਿਲਾਂ ਤਾਂ ਤੁਸੀਂ ਬਤੌਰ ਤੁਸੀਂ ਸਾਬਕਾ ਕਰਨਲ ਹੋ, ਆਪਣੀਆਂ ਭਾਵਨਾਵਾਂ ਦਾ ਵੀ ਪ੍ਰਗਟਾਵਾ ਕਰ ਸਕਦੇ ਹੋ। ਦੇਖੋ ਜੀ, ਸਭ ਤੋਂ ਪਹਿਲਾਂ ਜੋ ਭਾਵਨਾ ਨੇ, ਮੈਂ ਇੰਡੀਅਨ 에ਅਰ ਫੋਰਸ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਇੱਕ ਬੜਾ ਸਟੀਕ ਮਿਸ਼ਨ ਲਾਂਚ ਕੀਤਾ ਔਰ ਬੜੇ ਪ੍ਰਸੀਜਨ ਨਾਲ ਜੋ ਟਾਰਗੇਟ ਉਹਨਾਂ ਨੂੰ ਦਿੱਤੇ ਗਏ ਸੀ ਉਹ ਡਿਸਟਰੋਏ ਕੀਤੇ ਔਰ ਸੇਫਲੀ ਆਪਦੀ ਟੈਰੀਟਰੀ 'ਚ ਆ ਗਏ। ਇਸ ਲਈ ਉਹਨਾਂ ਨੂੰ ਵਧਾਈ ਹੈ। ਜੋ ਵੀ ਆਰਗੇਨਾਈਜ਼ਿੰਗ ਟੀਮ ਸੀ, ਸਿਰਫ 에ਅਰ ਫੋਰਸ ਇਨਵੋਲਵਡ ਨਹੀਂ ਸੀ, ਕਿਉਂਕਿ ਜਦੋਂ ਇਸ ਤਰ੍ਹਾਂ ਦਾ ਆਪਰੇਸ਼ਨ ਕਰਨਾ ਹੁੰਦਾ ਹੈ, ਇਹ ਨਹੀਂ ਹੈ ਕਿ ਸਿਰਫ ਇੱਕ 에ਅਰ ਫੋਰਸ ਦੇ ਜਹਾਜ਼ ਗਏ ਔਰ ਵਾਪਸ ਆ ਗਏ। ਉਸ ਵੇਲੇ ਆਰਮੀ ਵੀ ਅਲਰਟ ਤੇ ਹੁੰਦੀ ਹੈ ਕਿ ਬਾਰਡਰ ਤੇ ਕੋਈ ਹਮਾਕਤ ਨਾ ਹੋਵੇ, ਤੇ ਦੂਸਰਾ ਕੋਈ ਮਿਜ਼ਾਈਲ ਯੂਨਿਟ ਨੇ ਜਿਹੜੀਆਂ ਆਰਮੀ ਦੀਆਂ ਉਹ ਵੀ ਅਲਰਟ ਤੇ ਹੁੰਦੀਆਂ ਨੇ ਕਿ ਜੇ ਕੋਈ ਮਿਜ਼ਾਈਲ ਫਾਇਰ ਹੁੰਦੀ ਹੈ ਜਹਾਜ਼ਾਂ ਤੇ ਉਹਦੀ ਕਾਊਂਟਰ ਮਿਜ਼ਾਈਲ ਹੋਵੇ। ਦੂਸਰਾ ਰੀਫਿਊਲਿੰਗ ਵਾਲੇ ਜਿਹੜੇ ਹਵਾ ਚ ਫਾਈਟਰ ਨੂੰ ਰੀਫਿਊਲ ਕਰਦੇ ਨੇ ਜਹਾਜ਼, ਉਹ ਵੀ ਸਟੈਂਡ ਬਾਈ ਹੁੰਦੇ ਨੇ। ਮੰਨ ਲਓ ਕਿਸੇ ਜਹਾਜ਼ ਨੂੰ ਜ਼ਿਆਦਾ ਲੰਬਾ ਚੱਕਰ ਕੱਟਣਾ ਪਵੇ, ਉਹਦੇ ਰੀਫਿਊਲਿੰਗ ਹੋਵੇ ਤੇ ਹਵਾ 'ਚ ਰੀਫਿਊਲਿੰਗ ਕਰਕੇ ਉਹ ਵਾਪਸ ਆਪਣੇ ਬੇਸ ਤੇ ਪਹੁੰਚੇ। ਮੈਂ ਸਵਾਲ ਲੈਣਾ ਤੁਹਾਡੇ ਕੋਲ। ਇਮਰਾਨ ਖਾਨ ਦਾ ਟਵੀਟ ਹੈ, ਇਮਰਾਨ ਖਾਨ ਕਹਿੰਦੇ ਇੰਡੀਆ ਕਮਿਟਡ ਅਨਕਾਲਡ ਫॉर ਅਗਰੈਸ਼ਨ ਟੂ ਵਿਚ ਪਾਕਿਸਤਾਨ ਸ਼ੈਲ ਰਿਸਪੌਂਡ at time and place of its choosing। ਇਹ ਹੁਣ ਪਾਕਿਸਤਾਨ ਦੇ ਨਜ਼ਰੀਏ ਨਾਲ ਤੁਸੀਂ ਕਿਵੇਂ ਦੇਖੋਗੇ? ਅਸੀਂ ਆਪਣੀ ਤਿਆਰੀ ਕਿਵੇਂ ਰੱਖੀਏ? ਫੌਜ ਤਾਂ ਤਿਆਰੀ ਰੱਖੂਗੀ, ਅਸੀਂ ਸਧਾਰਨ ਲੋਕ ਜਿਹੜੇ ਘਰਾਂ 'ਚ ਰਹਿਣ ਵਾਲੇ ਆ, ਜਿਹੜੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਆ, ਬਿਲਕੁਲ ਅਸੀਂ ਕਿਵੇਂ ਤਿਆਰੀ ਰੱਖੀਏ? ਜਾਂ ਸਾਨੂੰ ਡਰਨ ਦੀ ਲੋੜ ਨਹੀਂ, ਅਸੀਂ ਭੰਗੜੇ ਪਾਈਏ? ਨਹੀਂ, ਭੰਗੜੇ ਪਾਉਣਾ ਤਾਂ ਬਿਲਕੁਲ ਹੀ ਗਲਤ ਹੈ ਜੀ। ਸੈਲੀਬ੍ਰੇਸ਼ਨ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਤੇ ਇਸ ਦਾ ਪੋਲੀਟੀਕਲ ਮਾਈਲੇਜ ਵੀ ਨਹੀਂ ਰਹਿਣਾ ਚਾਹੀਦਾ। ਦੇਖੋ, ਮਰੇ ਫੌਜੀ ਸੀ, ਬਦਲਾ ਕਿਹਨੇ ਲਿਆ? ਫੌਜੀਆਂ ਨੇ ਲਿਆ ਜੀ। ਇਹ ਇੱਕ ਪਿਓਰਲੀ ਆਰਮੀ ਦਾ ਮਸਲਾ ਤੇ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਇਹ ਤੇ ਸੈਲੀਬ੍ਰੇਸ਼ਨਾਂ ਕਰਨੀਆਂ ਜਾਂ ਇਦਾਂ ਦੇ ਇਸ਼ਾਰ ਕਰਨੇ ਗਲਤ ਹੈ, ਕਿਉਂਕਿ ਆਪਾਂ ਇੱਕ ਟੈਰਰ ਆਰਗੇਨਾਈਜੇਸ਼ਨ ਨਾਲ ਲੜ ਰਹੇ ਹਾਂ। ਜਿਹੜੀ ਜੰਗ ਦਾ ਇੱਕ ਹਵਾ ਕ੍ਰੀਏਟ ਕੀਤਾ ਜਾਂਦਾ ਹੈ, ਪਹਿਲੀ ਗੱਲ ਮੈਂ ਬਿਲਕੁਲ ਕਲੀਅਰ ਕਹਿੰਦਾ, ਅਸੀਂ ਅਜੇ ਜੰਗ ਤੋਂ ਬਹੁਤ ਦੂਰ ਹਾਂ। ਬਹੁਤ ਇਹ ਵਾਰ ਵਾਲੀ ਸਿਚੁਏਸ਼ਨ ਹੈ। ਵਾਰ ਕੋਈ ਵੀਡੀਓ ਗੇਮ ਨਹੀਂ ਹੈ ਵੀ ਬਟਨ ਦੱਬੀ ਔਰ ਚਾਲੂ ਹੋ ਗਈ, ਜਿਸ ਤਰ੍ਹਾਂ ਲੋਕਾਂ ਦੀ ਪਰਸੈਪਸ਼ਨ ਹੈ। ਤੇ ਇਹ ਲੋਕ ਜਿਹੜੇ ਭੰਗੜਾ ਪਾਉਂਦੇ ਨੇ, ਨੱਚਣਾ ਬੂਦ ਕਰਦੇ ਨੇ, ਬਾਹਰ ਨੱਚਦੇ ਨਹੀਂ। ਪਰ ਸਰਕਾਰਾਂ ਨੇ ਪਿਛਲੀ ਵਾਰ ਸਾਡੇ ਸਰਹੱਦ ਤੋਂ ਲੋਕਾਂ ਨੂੰ ਪਿੰਡਾਂ ਤੋਂ ਦੂਰ ਜਾਣ ਲਈ ਕਹਿਤਾ ਸੀ। ਉਦੋਂ ਵੀ ਮੈਂ ਤੁਹਾਡੇ ਸਟੂਡੀਓ 'ਚ ਵੀ ਕਿਹਾ ਸੀ ਵੀ ਓਵਰ ਰਿਐਕਸ਼ਨ ਹੈ, ਕਿਉਂਕਿ ਜਦੋਂ ਵਾਰ ਹੋਣੀ ਹੈ, ਪਹਿਲੀ ਗੱਲ ਤਾਂ ਸਾਰੀ ਜਿਹੜੀ ਪੈਰਾਮਿਲਟਰੀ ਫੋਰਸ ਹੈ BSF ਵਿਡਰਾ ਹੋਣੀ ਹੈ, ਆਰਮੀ ਫਾਰਵਰਡ ਮੂਵ ਕਰਨੀ ਹੈ ਤੇ ਮਾਈਨਸ ਲੱਗਣੀਆਂ, ਬੰਕਰ ਸਾਫ਼ ਹੋਣੇ। ਇਹ 6 ਤੋਂ 8 ਮਹੀਨੇ ਦਾ ਕੰਮ ਹੁੰਦਾ, ਅਜੇ ਕੋਈ ਪਰ ਵਾਰ ਦਾ ਤਰੀਕਾ ਵੀ ਤਾਂ ਬਦਲ ਸਕਦਾ ਨਾ। ਜਿਵੇਂ ਅਸੀਂ ਜਾ ਕੇ ਉਹਨਾਂ ਦੇ ਘਰ ਹਮਲਾ ਕਰਿਆ ਏ, ਉਹ ਵੀ ਕੋਈ ਇਹੋ ਜਿਹੀ ਚੀਜ਼ ਸੋਚ ਸਕਦੇ ਆ ਵੀ ਅਸੀਂ ਵੀ ਨਹੀਂ ਜੰਗ ਲੜਦੇ, ਅਸੀਂ ਜਿਵੇਂ ਤੁਸੀਂ ਕਰ ਰਹੇ ਹੋ ਅਸੀਂ ਵੀ ਉਵੇਂ ਜਵਾਬ ਦਿੰਦੇ ਆ, ਜਿਵੇਂ ਅਸੀਂ ਜਵਾਬ ਦਿੱਤਾ। ਜੇ ਪਾਕਿਸਤਾਨ ਵੀ ਉਸ ਰਣਨੀਤੀ ਤੇ ਕੰਮ ਕਰੋ ਤੇ ਸਾਡਾ ਡਿਫੈਂਸ ਫਿਰ ਕਿੱਥੇ? ਉਸੇ ਗੱਲ ਤੇ ਕਰਦਾ। ਪਾਕਿਸਤਾਨ ਕੋਲੇ ਕੀ ਆਪਸ਼ਨ ਨੇ ਇਸ ਵੇਲੇ? ਪਹਿਲੀ ਗੱਲ ਤਾਂ ਅਸੀਂ ਟੈਰਰ ਕੈਂਪ ਤੇ ਹਮਲਾ ਕੀਤਾ, ਉਹ ਹੁਣ ਟੈਰਰ ਕੈਂਪ ਦੀ ਕੀ ਉੱਥੇ ਜਾ ਕੇ ਜਸਟੀਫਿਕੇਸ਼ਨ ਦਿਖਾਉਣਗੇ, ਕਿਉਂਕਿ ਉੱਥੇ ਇਨਫਰਾਸਟ੍ਰਕਚਰ ਸਾਰਾ ਬਣਿਆ ਹੋਇਆ ਟ੍ਰੇਨਿੰਗ ਦਾ, ਉਹ ਦਿਖਾ ਹੀ ਨਹੀਂ ਸਕਦੇ ਉਹਨੂੰ ਜੀ। ਪਾਕਿਸਤਾਨ ਕੋਲੇ ਜਿਹੜੇ ਆਪਸ਼ਨ ਨੇ, ਨੰਬਰ 1 ਵੀ ਸਾਡੇ ਤੇ ਉਹ ਨਿਊਕਲੀਅਰ ਸਟ੍ਰਾਈਕ ਕਰਨਗੇ। ਸਾਡੇ ਕੰਟਰੀ ਬੜੇ ਛੋਟੇ ਨੇ, ਵਿੰਡ ਦੀ ਡਾਇਰੈਕਸ਼ਨ ਚੇਂਜ ਹੁੰਦੀ, ਸਾਰਾ ਜਿਹੜਾ ਨਿਊਕਲੀਅਰ ਫਾਲ ਆਊਟ ਹੈ, ਜਿਵੇਂ ਪਰਾਲੀ ਦਾ ਧੂਆਂ ਹੁੰਦਾ, ਇਹ ਵਾਪਸ ਪਾਕਿਸਤਾਨ ਵੱਲ ਵੀ ਜਾ ਸਕਦਾ ਹੈ ਜੀ। ਇਹ ਉਹਨਾਂ ਨੂੰ ਨੁਕਸਾਨ ਉਹਨਾਂ ਨੂੰ ਵੀ ਹੋ ਸਕਦਾ ਹੈ। ਸੈਕੰਡਲੀ, ਜਿਹੜੀ ਸਾਡੀ ਸੈਕੰਡ ਸਟ੍ਰਾਈਕ ਕੈਪੇਬਿਲਿਟੀ ਹੈ, ਅਸੀਂ ਇਹਦੇ ਪਾਲਿਸੀ ਹੈ ਵੀ ਅਸੀਂ, ਚਲੋ ਆ ਤੁਸੀਂ ਚੰਗੀ ਗੱਲ ਦੱਸੀ ਵੀ ਜੇ ਕੋਈ ਵੀ ਦੇਸ਼ ਕਿਸੇ ਦੇ ਨਿਊਕਲੀਅਰ ਬੰਬ ਸੁੱਟਦਾ ਹੈ ਤੇ ਕੁਦਰਤ ਦੇ ਹੱਥ ਗੱਲ ਆ ਜਾਂਦੀ ਹੈ ਵੀ ਹਵਾ ਕਿੱਧਰ ਨੂੰ ਜਾਊਗੀ, ਕਿੱਧਰ ਨੂੰ ਉਹਦਾ ਨਿਊਕਲੀਅਰ ਫਾਲ ਆਊਟ ਹੋਊਗਾ ਜੀ। ਦੂਜਾ ਇਹ ਹੈ ਵੀ ਅਸੀਂ, ਪਰ ਸਵਾਲ ਤੁਸੀਂ ਐਡਾ ਵੱਡਾ ਕੀਤਾ ਕਿ ਸਾਇੰਟਿਸਟ ਇੱਕ ਨਵੀਂ ਤਰ੍ਹਾਂ ਦੀ ਖੋਜ ਤੇ ਵੀ ਲੱਗ ਸਕਦੇ ਨੇ ਕਿ ਮੁਲਕਾਂ ਦੇ ਵਿੱਚ ਕੀ ਹਵਾ ਦਾ ਰੁਖ ਬਦਲਿਆ ਜਾ ਸਕਦਾ ਹੈ ਅਜਿਹੇ ਮੌਕੇ ਤੇ। ਚਲੋ, ਇਹ ਸਾਇੰਟਿਸਟਾਂ ਲਈ ਇਹ ਖੋਜ ਦਾ ਵਿਸ਼ਾ ਹੈ। ਚਲੋ, ਚੰਗੀ ਗੱਲ ਹੈ, ਨਿਊਕਲੀਅਰ ਨਹੀਂ ਹੋਣਾ ਚਾਹੀਦਾ। ਨਾਗਾਸਾਕੀ ਵਾਲਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਕਿਤਾਬਾਂ 'ਚ ਪੜ੍ਹਿਆ ਆਪਾਂ। ਡਾਇਰੈਕਟ ਵਾਰ ਪਾਕਿਸਤਾਨ ਅਫੋਰਡ ਨਹੀਂ ਕਰ ਸਕਦਾ, ਨਾ ਹੀ ਉਹਦੀ ਆਰਮੀ ਪ੍ਰੀਪੇਅਰਡ ਹੈ, ਨਾ ਹੀ ਉਹਨੂੰ ਕਾਸਟ ਇਫੈਕਟਿਵ ਹੈ। ਫਾਈਨੈਂਸ਼ੀਅਲ ਹਾਲਤ ਉਹਦੀ ਬਹੁਤ ਮਾੜੀ ਹੈ, ਡਾਇਰੈਕਟ ਵਾਰ ਉਹ ਅਫੋਰਡ ਨਹੀਂ ਕਰ ਸਕਦਾ। ਨੰਬਰ 3 ਇਹ ਵੀ ਉਹ ਸਿਰਫ ਟੈਰਰਿਜ਼ਮ ਨੂੰ ਬੜਾਵਾ ਦੇ ਸਕਦਾ, ਹੋਰ ਜੈਸ਼ੇ ਮੁਹੰਮਦ ਨੂੰ ਟਾਰਗੇਟ ਕਰ ਸਕਦਾ, ਹੋਰ ਨਵੇਂ ਟੈਰਰਿਸਟ ਪੈਦਾ ਕਰ ਸਕਦਾ, ਟ੍ਰੇਨਿੰਗ ਉਹਨਾਂ ਤੇ ਖਰਚ ਕਰ ਸਕਦਾ। ਆਲਰੇਡੀ FATF ਤੋਂ ਗ੍ਰੇ ਲਿਸਟ 'ਚ ਹੈ ਟੈਰਰਿਸਟਾਂ ਨੂੰ ਫੰਡਿੰਗ ਕਰਨ ਦੇ ਬਾਅਦ, ਉਹਦੇ 'ਚ ਬਲੈਕ ਲਿਸਟ 'ਚ ਆਊਗਾ, ਉਹਦੇ 'ਚ ਵੀ ਉਹਦਾ ਨੁਕਸਾਨ ਹੈ। ਤੀਜੀ ਜਿਹੜੀ ਆਪਸ਼ਨ ਉਹਨਾਂ ਕੋਲੇ ਇਹੀ ਹੈ ਵੀ ਇਹ ਟੈਰਰਿਸਟਾਂ ਤੋਂ ਉਹਨਾਂ ਨੂੰ ਹੱਥ ਖਿੱਚਣੇ ਪੈਣੇ ਆ, ਕਿਉਂਕਿ ਟੈਰਰਿਸਟ ਕਿਸੇ ਦੇ ਨਹੀਂ ਹੁੰਦੇ। ਉਹਨਾਂ ਨੇ ਤਾਲਿਬਾਨ ਨੂੰ ਕ੍ਰੀਏਟ ਕੀਤਾ ਸੀ, ਤਾਲਿਬਾਨ ਨੇ ਪਾਕਿਸਤਾਨ ਨੂੰ ਤਬਾਹ। ਚਲੋ, ਮੈਂ ਇੱਕ ਥੋੜਾ ਜਿਹਾ ਹਿਸਟੋਰਿਕ ਫੈਕਟ ਸਾਂਝਾ ਕਰਦਾ। ਅਗਸਤ 1945 ਦੇ ਵਿੱਚ US 에ਅਰ ਫੋਰਸ ਨੇ ਡ੍ਰੌਪ ਕੀਤੇ ਸੀਗੇ ਜਿਹੜੇ ਨਿਊਕਲੀਅਰ ਬੰਬ ਸੀਗੇ, ਹੀਰੋਸ਼ੀਮਾ ਤੇ ਨਾਗਾਸਾਕੀ। ਸੋ ਸਾਰੀ ਦੁਨੀਆ ਨੂੰ ਪਤਾ ਹੈ ਤੇ ਕੀ ਹਾਲ ਹੋਇਆ ਸੀ। ਬਹੁਤ ਲੰਮਾ ਸਮਾਂ ਉੱਥੇ ਮਨੁੱਖੀ ਜੀਵਨ ਹੈ ਜਿਹੜਾ ਉਹ ਵੀ ਸੰਭਵ ਨਹੀਂ ਹੋ ਸਕਿਆ। ਸੋ 1945 2 ਸਾਲ ਬਾਅਦ ਅਸੀਂ ਵੀ ਆਜ਼ਾਦ ਹੋ ਗਏ ਸੀ। ਭਾਰਤੀ ਜਨਤਾ ਪਾਰਟੀ ਦਾ ਤੁਹਾਡਾ ਹੁਣ
ਕਿਸ ਤਰ੍ਹਾਂ ਦਾ ਤੁਹਾਡੀ ਸਰਕਾਰ ਦਾ ਕਦਮ ਹੋਣਾ ਚਾਹੀਦਾ ਹੈ? ਪਾਕਿਸਤਾਨ ਨਾਲ ਹੁਣ ਅੱਤਵਾਦੀ ਤਾਂ ਮਾਰਤੇ 200-300, ਚੰਗੀ ਗੱਲ ਹੋ ਗਈ। ਹੁਣ ਇੱਕ ਤਾਂ ਸਾਡੇ ਤੇ ਕਿਸੇ ਤਰ੍ਹਾਂ ਦਾ ਦਹਿਸ਼ਤਗਰਦੀ ਹਮਲਾ ਨਾ ਹੋਵੇ। ਜੰਮੂ ਕਸ਼ਮੀਰ ਦੇ ਵਿੱਚ, ਪੰਜਾਬ 'ਚ ਕਿਹੋ ਜਿਹੀ ਸੁਰੱਖਿਆ ਚਾਹੀਦੀ ਹੈ? ਦੁਬਾਰਾ ਕੋਈ ਅੱਤਵਾਦੀਆਂ ਤੋਂ ਹਮਲਾ ਨਾ ਕਰਾ ਦੇਵੇ ਜੈਸ਼ ਵਾਲੇ। ਦੂਸਰਾ, ਜਿਹੜੀਆਂ ਗੱਲਾਂ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਿ ਸਾਨੂੰ ਜੰਗ ਲੜਨੀ ਚਾਹੀਦੀ ਹੈ, ਜੰਗ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਕਰਨਲ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਵੀ ਜੰਗ ਕੋਈ ਵਿਸ਼ਾ ਜਿਹੜਾ ਸਹੀ ਕਰਨ ਵਾਲਾ ਕੰਮ ਨਹੀਂ ਹੈ। ਦੂਸਰੀ ਗੱਲ, ਪਾਕਿਸਤਾਨ ਤਾਂ ਸਵੇਰੇ ਫੋਰਨ ਸੈਕਟਰੀ ਪਾਕਿਸਤਾਨ ਨੇ ਚਾਈਨਾ ਦੇ ਨਾਲ ਗੱਲ ਕੀਤੀ ਹੈ ਵੀ ਸਾਡੇ ਨਾਲ ਆਹ ਗੱਲ ਹੋਈ ਹੈ, ਅਸੀਂ ਇਹਦਾ ਕੀ ਜਵਾਬ ਦਈਏ। ਉਸ ਤੋਂ ਬਾਅਦ ਉਹ ਪਾਰਲੀਮੈਂਟ 'ਚ ਜਾ ਕੇ ਬਿਆਨ ਦਿੰਦੇ ਨੇ ਵੀ ਸਾਡੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ। ਦੂਜੀ ਗੱਲ, ਜਿਹੜਾ ਅਸੀਂ ਬਾਰ-ਬਾਰ ਕਹਿੰਦੇ ਵੀ ਪਾਕਿਸਤਾਨ ਜ਼ਿੰਦਗੀ ਤੇ ਮੌਤ ਦਾ ਸਵਾਲ ਤਾਂ ਸਾਡਾ ਵੀ ਹੈ, ਸਾਡੇ ਫੌਜੀ ਸ਼ਹੀਦ ਹੋ ਗਏ, ਅਸੀਂ ਕਿਹੜਾ ਬਹੁਤ ਆਸਾਨ ਬੈਠੇ ਹਾਂ। ਮੈਂ ਉਹੀ ਗੱਲ ਕੰਪਲੀਟ ਕਰਨ ਲੱਗਾ। ਅਸੀਂ ਤਾਂ ਅੱਤਵਾਦੀਆਂ ਨੂੰ ਨਹੀਂ ਨਿਬੜ ਪਾ ਰਹੇ। ਜਿਹੜੀ ਗੱਲ ਅਸੀਂ ਕਹਿ ਰਹੇ ਵੀ ਅਸੀਂ ਪਾਕਿਸਤਾਨ 'ਚ ਜਾ ਕੇ ਅਟੈਕ ਕੀਤਾ, ਨਹੀਂ ਜੀ, ਉਹ ਸਾਡਾ ਹੀ ਰਕਬਾ ਹੈ ਜਿਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਿਹਾ ਜਾਂਦਾ ਹੈ। ਜੀ, ਅਸੀਂ ਆਪਦੇ ਰਕਬੇ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਟੈਰਰਿਸਟ ਕੈਂਪ ਚੱਲ ਰਹੇ ਸੀਗੇ ਉਹਨਾਂ ਨੂੰ ਤਬਾਹ ਕੀਤਾ, ਆਪਣੀ ਜ਼ਮੀਨ ਤੋਂ ਸਾਡੇ ਤੇ ਸਵਾਲ ਵੱਡਾ ਖੜਾ ਹੋ ਗਿਆ ਵੀ ਜੇ ਰਕਬਾ ਸਾਡਾ ਸੀ, ਉੱਥੇ ਅੱਤਵਾਦੀ ਕੈਂਪ ਅਸੀਂ ਲੱਗਣ ਹੀ ਕਿਉਂ ਦਿੱਤੇ? ਅਸੀਂ ਕਿੱਡੇ ਵੱਡੇ ਫੇਲਰ ਰਹੇ। ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਨਾ ਸਾਹਿਬ, ਤੁਸੀਂ ਗੱਲ ਨੂੰ ਸੁਣੋ ਪੂਰੀ ਨੂੰ, ਉਸ ਤੋਂ ਬਾਅਦ ਰਿਐਕਟ ਕਰੋ। ਪਾਕਿਸਤਾਨ ਨੇ ਜ਼ਬਰਦਸਤੀ ਸਾਡੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਹੈ। ਇਹਦਾ ਮਤਲਬ ਹੈ ਕਿ 4.5 ਸਾਲ ਵੀ ਮੋਦੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਸੀ ਵੀ ਉਹ ਸਾਡਾ ਹੀ ਰਕਬਾ ਜਿਹੜਾ ਪਾਕਿਸਤਾਨ ਲਈ ਬੈਠਾ ਹੈ। ਤੇ ਇਹ ਜਦੋਂ ਸਰਜੀਕਲ ਸਟ੍ਰਾਈਕ ਦੀ ਮਾਰਕੀਟਿੰਗ ਹੋਈ ਸੀ, ਜਵਾਹਰ ਲਾਲ ਨਹਿਰੂ ਜੀ ਆਲ ਇੰਡੀਆ ਰੇਡੀਓ ਤੇ ਸਨ 47 ਦੇ ਵਿੱਚ ਕਹਿ ਗਏ ਸੀਗੇ ਕਿ ਅਸੀਂ ਇਹ ਮਸਲਾ ਯੂਨਾਈਟਿਡ ਨੇਸ਼ਨ 'ਚ ਲੈ ਕੇ ਜਾਵਾਂਗੇ, ਇਸ ਕਰਕੇ ਉਹ ਸਟੇਕ ਲੱਗਿਆ ਹੋਇਆ ਹੈ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਪੋਲੀਟੀਕਲ ਪਾਰਟੀ ਨਹੀਂ, ਅੱਜ ਉਹ ਸਟੇਕ ਲੱਗਿਆ ਹੋਇਆ ਹੈ ਨਾ, ਯੂਨਾਈਟਿਡ ਨੇਸ਼ਨ ਦਾ ਸਟੇਕ ਲੱਗਿਆ ਹੈ, ਤਾਂ ਕਰਕੇ ਅਸੀਂ ਛੁਡਾ ਨਹੀਂ ਪਾ ਰਹੇ। ਵੀ ਨਹਿਰੂ ਜੀ ਨੇ ਇੱਕ ਗੱਟੇ ਨਾਲ ਗੱਟਾ ਬੰਨਤਾ ਸੀਗਾ। ਹੋ ਗਿਆ ਮੇਰੀਆਂ ਗੱਲਾਂ, ਮੈਂ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਪੋਲੀਟੀਕਲ ਪਾਰਟੀ ਹੋ, ਤੁਸੀਂ ਮਾਰਕੀਟਿੰਗ ਵੀ ਕਰਦੇ ਹੋ। ਸਰਜੀਕਲ ਸਟ੍ਰਾਈਕ ਤੇ ਵੀ ਅਕਾਲੀ ਤੁਹਾਡੇ ਭਾਜਪਾ ਨੇ, ਐਨਡੀਏ ਨੇ ਮਾਰਕੀਟਿੰਗ ਕੀਤੀ। ਮੇਰਾ ਸਵਾਲ ਇਹ ਹੈ, ਇਹਦਾ ਮਤਲਬ ਬੀਜੇਪੀ ਇਸ ਗੱਲ ਦਾ ਇੰਤਜ਼ਾਰ ਕਰਦੀ ਹੈ ਕਿ ਕੋਈ ਨਾ ਕੋਈ ਹਮਲਾ ਹੋਵੇ ਤੇ ਫਿਰ ਅਸੀਂ ਸਰਗਰਮ ਹੋਈਏ। ਇਹਦਾ ਮਤਲਬ ਤੁਸੀਂ ਪੀਓਕੇ ਦੇ ਵਿੱਚ ਜੇ ਜੈਸ਼ ਏ ਮੁਹੰਮਦ ਦੇ ਅਵੇਅਰ ਸੀ ਤੁਸੀਂ, ਤੇ ਤੁਹਾਡੀ ਸਰਕਾਰ ਪਹਿਲਾਂ ਇਹਦੀ ਇੱਛਾ ਸ਼ਕਤੀ ਨਹੀਂ ਸੀ ਰੱਖਦੀ ਕਿ ਤੁਸੀਂ ਪਹਿਲਾਂ ਉੱਥੇ ਅਟੈਕ ਕਰਦੇ। 40 ਸ਼ਹੀਦ ਹੋਣ ਤੋਂ ਪਹਿਲਾਂ ਵੀ ਉਹਨਾਂ ਨੂੰ ਚੁੱਕਿਆ ਜਾ ਸਕਦਾ ਸੀ। ਅਸੀਂ ਸ਼ਾਂਤੀ ਪ੍ਰਿਯ ਦੇਸ਼ ਹੈ, ਸ਼ਾਂਤੀ ਨਾਲ ਚੱਲਦੇ ਆ, ਸਾਰਾ ਵਰਲਡ ਇਹ ਚੀਜ਼ ਨੂੰ ਜਾਣਦਾ ਹੈ। ਉਰੀ ਤੋਂ ਬਾਅਦ ਵੀ ਸਰਜੀਕਲ ਸਟ੍ਰਾਈਕ ਕੀਤਾ, ਡਿਫਰੈਂਟ। ਮੇਰੇ ਕਹਿਣ ਦਾ ਮਤਲਬ ਹੈ ਕਿ ਕੋਈ ਹਮਲਾ ਹੋਊਗਾ ਅੱਤਵਾਦੀਆਂ ਦਾ, ਉਸ ਤੋਂ ਬਾਅਦ ਜਾਗਾਂਗੇ ਅਸੀਂ। ਸਰ, ਕੰਟੀਨਿਊਸ ਪ੍ਰੋਸੈਸ ਹੈ, ਕੰਟੀਨਿਊਸ ਇਹਦੇ ਤੇ ਕੰਮ ਚੱਲਦਾ ਰਹਿੰਦਾ ਹੈ, ਨਿਊਟਰਲਾਈਜ਼ ਕੀਤਾ ਜਾਂਦਾ ਹੈ। ਤੁਸੀਂ ਰੋਜ਼ ਵੇਖਦੇ ਹੋ ਜੰਮੂ ਕਸ਼ਮੀਰ 'ਚ ਕੋਈ ਨਾ ਕੋਈ ਐਨਕਾਊਂਟਰ ਹੁੰਦਾ ਹੈ, ਸਾਰਾ ਕੁਝ ਚੱਲਦਾ ਰਹਿੰਦਾ, ਕੰਟੀਨਿਊਸ ਪ੍ਰੋਸੈਸ ਹੈ। ਠੀਕ ਹੈ, ਆਪਾਂ ਇਹਦੇ 'ਚ ਇਹ ਨਹੀਂ ਹੈ। ਸਾਡੀ ਪਾਰਟੀ ਬਿਲਕੁਲ ਉਹਦੇ ਤੇ ਸਟ੍ਰੈਟਜੀ ਸਾਫ਼ ਹੈ। ਪ੍ਰਧਾਨ ਮੰਤਰੀ ਜੀ ਨੇ ਸਾਫ਼ ਹੱਥ ਦੇਤਾ ਆਰਮੀ ਨੂੰ, 에ਅਰ ਫੋਰਸ ਨੂੰ, ਨੇਵਲ ਨੂੰ ਵੀ ਤੁਸੀਂ ਠੋਕੋ, ਆਪਣੇ ਤਰੀਕੇ ਨਾਲ ਠੋਕੋ, ਅਸੀਂ ਵਿੱਚ ਨਹੀਂ ਬੋਲਦੇ। ਬੜੀ ਲੇਟ ਦਿੱਤਾ, ਪਹਿਲਾਂ ਦੇਣਾ ਚਾਹੀਦਾ ਸੀ। ਤੁਹਾਡੀ ਟਿੱਪਣੀ ਕੀ ਹੈ ਜੀ ਜੋ ਕੁਝ ਵਾਪਰਿਆ ਹੁਣ? ਕਿਉਂਕਿ ਚੋਣਾਂ ਵੀ ਆਉਣ ਵਾਲੀਆਂ ਨੇ ਤੇ ਪੋਲੀਟੀਕਲ ਪਾਰਟੀਆਂ ਦਾ ਤਾਂ ਜਨਮ ਸਿੱਧ ਅਧਿਕਾਰ ਹੈ, ਵੋਟਾਂ ਦੀ ਸਿਆਸਤ ਕਰਦੀਆਂ ਵੀ ਨੇ। ਇਸ ਹਮਲੇ ਤੇ ਵੀ ਹੋ ਰਿਹਾ, ਸਰਜੀਕਲ ਸਟ੍ਰਾਈਕ ਤੇ ਪਹਿਲਾਂ ਵੀ ਹੋਇਆ ਸੀ। ਤੁਹਾਡਾ ਕੀ ਰਿਐਕਸ਼ਨ ਹੈ? ਰਾਹੁਲ ਗਾਂਧੀ ਨੇ ਵੈਸੇ ਸਵੇਰੇ ਵੈਲਕਮ ਕਰਤਾ, ਬਹੁਤ ਅੱਛੀ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ, ਜੋ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਜੀ। ਭਾਰਤ ਦੀ 에ਅਰ ਫੋਰਸ ਵੱਲੋਂ ਔਰ ਆਰਮੀ ਵੱਲੋਂ ਸਾਰੀਆਂ ਜਿੰਨੀਆਂ ਵੀ ਸਾਡੀਆਂ ਫੋਰਸਸ ਹੈਗੀਆਂ ਉਹਨਾਂ ਵੱਲੋਂ ਲਏ ਗਏ ਡਿਸੀਜਨ ਦਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈਗਾ। ਕੀਤਾ ਔਰ ਇੱਥੇ ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀ ਭੂਸ਼ਣ ਜੀ ਦੀ, ਨਹਿਰੂ ਜੀ ਦਾ ਗੱਡੇ ਨਾਲ ਕੱਟਾ ਤਾਂ ਤੁਸੀਂ 3 ਵਾਰੀ ਖੋਲ ਲਿਆ, ਬਲਕਿ 7 ਵਾਰ ਖੋਲਿਆ ਗਿਆ। इंद्र कुमार गुजराल जी आए, दूसरे देवगौड़ा जी आए और अटल बिहारी वाजपेयी जी आए, हुण मोदी जी आए। उस पहले भी कई बार, हाले तक गड्ढे ना कट्टा मैंने नहीं समझे, कट्टा हाल तक जवान ही नहीं होया जी। और हैरानगी वाली गल है, एक्शनस होया, पिछली बारी भी होया। कारगिल वाले भी सानू पता सी साडे देश दे विच इन्ने कुछ बेटियां घुस रहे ने, उदों भी असीं हज़ारां सैकड़े नौजवान शहीद करवा ले, पर उन्ने टायरस नहीं सी उस कारगिल पहाड़ी के उपर जिन्ने असीं अपने जवान शहीद करा ले। मैं फिर कहना चाहना अज गल, असीं की पाकिस्तान की सोच नालों कमज़ोर हाँ? हिंदुस्तान की आर्मी जां उसकी खुफिया एजेंसियां वीक हैं कि उन्हां दे मुट्ठी पर लोगों के विचों कुछ लोग आके साडे देश उपर अटैक कर जाते हैं, साडे लोगों नूं मार जांदे हैं। भारत ਦੀਆਂ ਨਹੀਂ, ਸੁਰੱਖਿਆ एजेंसियां नहीं, खुफिया एजेंसियां रिपोर्ट करदियां ਨਹੀਂ, ਖੁਫੀਆ ਏਜੰਸੀਆਂ ਭਾਰਤ ਦੀਆਂ ਨਹੀਂ। और ਅਸੀਂ ਕਿੱਥੇ ਕਮਜ਼ੋਰ ਹਾਂ ਜੀ। ਕਨੂ ਸਾਹਿਬ ਤੁਸੀਂ ਵੀ ਜਵਾਬ ਵੀ ਦੇ ਦਿਓ, ਫਿਰ ਮੈਂ ਅਗਲਾ ਸਭ ਕੁਝ। ਮੈਂ ਜਿਹੜਾ ਕਹਿ ਰਿਹਾ ਸੀ ਵੀ ਜੰਗ ਲਾਸਟ ਹਥਿਆਰ ਹੁੰਦਾ ਹੈ, ਅਜੇ ਆਪਣੇ ਕੋਲ ਹਥਿਆਰ ਨਹੀਂ। ਆਪਾਂ ਜੰਗ ਤਾਂ ਕਿੰਨੀ ਵਾਰੀ ਲੜੀ ਆ ਪਹਿਲਾਂ। ਨਹੀਂ, ਮੈਂ ਉਸੇ ਗੱਲ ਤੇ ਹੋ ਰਿਹਾ, ਜਿਹੜੀਆਂ ਜੰਗਾਂ ਲੜੀਆਂ ਨਹੀਂ, ਮੈਂ ਉਹਨਾਂ ਤੋਂ ਬਾਅਦ ਨਤੀਜੇ ਕਿਉਂ ਨਹੀਂ ਨਿਕਲੇ? ਉਸੇ ਜੰਗਾਂ ਦੇ ਨਤੀਜੇ ਲੈ ਨਾ, ਕਿਉਂਕਿ ਸਾਡੀ ਜਿਹੜੀ
ਸੋਚ ਦੂਰਦ੍ਰਿਸ਼ਟੀ ਉਹ ਨਹੀਂ ਰਹੀ ਹੈ। ਕੋਈ ਵੀ ਸਰਕਾਰ ਹੋਵੇ, ਮੈਂ ਕਿਸੇ ਪਾਰਟੀ ਦੀ ਸਰਕਾਰ, ਹੁਣ ਮੈਂ ਐਗਜ਼ਾਮਪਲ ਦਿੰਦਾ 1948 ਚ ਜਦੋਂ ਉੱਥੇ ਇੰਡੀਅਨ ਆਰਮੀ ਪਹੁੰਚ ਗਈ ਸੀ, ਰੇਡਰ ਭੱਜ ਰਹੇ ਸੀ, ਅਸੀਂ ਉੱਥੋਂ ਰੁਕੇ ਹੀ ਨਹੀਂ, ਆਪਾਂ ਰੋਕਦੇ ਉਹਨਾਂ ਨੂੰ ਜਾਣ ਦਿਓ, ਉਹ ਕਸ਼ਮੀਰ ਵੰਡਿਆ ਗਿਆ, ਉਦੋਂ ਸਾਡੇ ਤੋਂ ਗਲਤੀ ਹੋਈ। 1965 ਚ ਅਸੀਂ ਹਾਜੀਪੀਰ ਪਾਸ ਲੈ ਲਿਆ, ਹਾਜੀਪੀਰ ਤੋਂ ਸਾਨੂੰ ਉਰੀ ਔਰ ਦਮੇਲ ਦੇ ਵਿਚਾਲੇ ਜਿਹੜੇ ਪੁੰਛ ਦੇ ਵਿਚਾਲੇ ਤਕਰੀਬਨ 40 ਕਿਲੋਮੀਟਰ ਦਾ ਡਿਸਟੈਂਸ ਹੈ, ਅਸੀਂ ਜਿੱਤਣ ਤੋਂ ਬਾਅਦ ਫਿਰ ਵਾਪਸ ਦਿੱਤਾ ਜੀ। 71 ਦੀ ਲੜਾਈ 90,000 ਪ੍ਰਿਜ਼ਨਰ ਸੀ ਸਾਡੇ ਕੋਲੇ, 90,000 ਪ੍ਰਿਜ਼ਨਰ ਮੀਨਸ ਯਾਨੀ ਉਹਨਾਂ ਨੂੰ 4 ਨਾਲ ਗੁਣਾ ਕਰ ਲਓ, ਇੰਨੀਆਂ ਫੈਮਲੀਜ਼ ਉੱਥੇ 90,000 ਫੈਮਲੀਜ਼ ਅਫੈਕਟਡ ਸੀ। 90,000 ਫੈਮਲੀ ਜਿਹੜੇ ਕੰਟਰੀ ਦੀਆਂ ਤੁਸੀਂ ਰੱਖੀਆਂ ਹੁੰਦੀ ਟਰਬਲ ਚ ਹੁੰਦੀਆਂ, ਉਹ ਸੜਕਾਂ ਤੇ ਹੁੰਦੇ ਨਾ ਲੋਕ, ਸਾਲ 2 ਸਾਲ ਚ ਪਾਕਿਸਤਾਨ ਉਦੋਂ ਬਾਅਦ ਕਿਤੇ ਵੀ ਸਾਈਨ ਕਰਨ ਨੂੰ ਤਿਆਰ ਸੀ, ਕੋਈ ਵੀ ਕਸ਼ਮੀਰ ਦਾ ਇਸ਼ੂ ਅਸੀਂ ਰਿਜ਼ੋਲਵ ਕਰ ਸਕਦੇ ਸੀ। ਫਿਰ ਪਾਰਲੀਮੈਂਟ ਦੇ ਅਟੈਕ ਤੋਂ ਬਾਅਦ ਕਾਰਗਿਲ ਦੀ ਵਾਰ ਚ ਅਸੀਂ ਸਾਡੀ ਆਰਮੀ ਨੂੰ ਪਰਮਿਸ਼ਨ ਨਹੀਂ ਦਿੱਤੀ, ਸਾਡੀ 에ਅਰ ਫੋਰਸ ਨੂੰ ਪਰਮਿਸ਼ਨ ਨਹੀਂ ਦਿੱਤੀ ਵੀ ਅਸੀਂ ਲਾਈਨ ਆਫ ਕੰਟਰੋਲ ਕ੍ਰਾਸ ਕਰੀਏ ਔਰ ਉਹਨਾਂ ਨੂੰ ਪਿੱਛੋਂ ਦੀ ਜਾ ਕੇ ਘੇਰ ਲਈਏ। ਅਸੀਂ ਫਿਰ ਉਹਨਾਂ ਨੂੰ ਵਾਪਸ ਜਾਣ ਦਿੱਤਾ। ਉਸ ਤੋਂ ਬਾਅਦ ਪਾਰਲੀਮੈਂਟ ਅਟੈਕ ਤੋਂ ਬਾਅਦ ਬਿਗੇਸਟ ਮੋਬਿਲਾਈਜੇਸ਼ਨ ਹੋਈ 71 ਦੀ ਵਾਰ ਤੋਂ ਬਾਅਦ, ਸਾਰੀ ਆਰਮੀ ਰਿਪੇਰੀ 6.5 ਲੱਖ ਮਾਈਨਸ ਲੇ ਕੀਤੀਆਂ ਔਰ ਉਸ ਤੋਂ ਬਾਅਦ ਵੀ ਅਸੀਂ ਕੋਈ ਸੋਲੂਸ਼ਨ ਤੇ ਜਦੋਂ ਪਾਕਿਸਤਾਨ ਮੈਂ ਹੁਣ ਇੱਕ ਸਵਾਲ ਲਵਾਂਗਾ। ਪਾਕਿਸਤਾਨ ਉਹ ਮੁਲਕ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉੱਥੋਂ ਦੀ ਸਰਕਾਰ ਆਰਮੀ ਦੇ ਕੰਟਰੋਲ 'ਚ ਰਹਿੰਦੀ ਹੈ। ਬਿਲਕੁਲ, ਇਹ 33 ਸਾਲ ਭਾਰਤ ਆਰਮੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਸਾਡੀ ਆਰਮੀ ਪੋਲੀਟੀਸ਼ੀਅਨਾਂ ਦੇ ਕੰਟਰੋਲ 'ਚ ਰਹਿੰਦੀ ਹੈ, ਸਰਕਾਰਾਂ ਦੇ ਕੰਟਰੋਲ 'ਚ ਰਹਿੰਦੀ ਹੈ। ਕਿਤੇ ਹਿੱਤਾਂ ਦਾ ਟਕਰਾਅ ਤਾਂ ਨਹੀਂ? ਸਾਡੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਨੁਕਸਾਨ ਮੁਲਕ ਤੇ ਆਰਮੀ ਨੂੰ ਤਾਂ ਨਹੀਂ ਭੁਗਤਣਾ ਪੈਂਦਾ? ਬਿਲਕੁਲ ਭੁਗਤਣਾ ਪੈਂਦਾ ਜੀ। ਇਹ ਵੈਲ ਨੋਨ ਫੈਕਟ ਹੈ ਵੀ ਜਦੋਂ ਇੰਦਰਾ ਗਾਂਧੀ ਅਟੈਕ ਕਰਨਾ ਚਾਹੁੰਦੀ ਸੀ ਬੰਗਲਾਦੇਸ਼ ਤੇ, ਜਨਰਲ ਮਾਨਿਕ ਸ਼ਾਹ ਸੈਡ ਨੋ ਮੈਡਮ, ਇਹ ਟਾਈਮ ਨਹੀਂ ਹੈ ਅਟੈਕ ਕਰਨ ਦਾ, ਕਿਉਂਕਿ ਬੰਗਲਾਦੇਸ਼ ਲੋ ਲਾਈਨ ਕੰਟਰੀ ਹੈ, ਮੌਨਸੂਨ ਆ ਰਹੇ ਨੇ, ਮੈਨੂੰ 8 ਮਹੀਨੇ ਘੱਟੋ ਘੱਟ ਤਿਆਰੀ ਨੂੰ ਦਿਓ, ਜਦੋਂ ਉੱਥੇ ਸੁੱਕ ਜੂਗਾ, ਨਹੀਂ ਤਾਂ ਸਾਰਾ ਬੰਗਲਾਦੇਸ਼ ਫਲੱਡਡ ਹੋਊਗਾ, ਅਸੀਂ 1 ਇੰਚ ਨਹੀਂ ਮੂਵ ਕਰ ਸਕਦੇ। ਔਰ 8 ਮਹੀਨੇ ਦਾ ਟਾਈਮ ਦਿੱਤਾ ਗਿਆ, ਤਾਂ ਉਹ ਬੰਗਲਾਦੇਸ਼ ਦੀ ਲੜਾਈ ਜਿੱਤੀ ਗਈ। ਅੱਜ ਜੋ ਮੋਦੀ ਸਾਹਿਬ ਦੀ ਹਰ ਸਪੀਚ ਤੋਂ, ਕੱਲ ਵਾਰ ਮੈਮੋਰੀਅਲ ਤੇ ਵੀ ਦੇਖ ਲਓ, ਉਸ ਦੇ ਡਿਫੈਂਸ ਘੱਟ ਤੇ ਪੋਲਿਟਿਕਸ ਜ਼ਿਆਦਾ ਝਲਕਦੀ ਹੈ ਹਰ ਸਪੀਚ ਤੋਂ, ਜਿਹੜੀ ਉਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ। ਅਵੋਇਡ ਕਰਨੀ ਚਾਹੀਦੀ ਹੈ। ਹਾਂਜੀ। ਤੁਹਾਡੀ ਕੋਈ ਕ੍ਰਾਸ ਟਿੱਪਣੀ ਦੇਣੀ ਚਾਹੂੰਗੀ? ਥੋੜਾ ਜਿਹਾ ਬੀਜੇਪੀ ਦੇ ਲੀਡਰ ਵੀ ਮਹਿਸੂਸ ਕਰਦੇ ਕਿ ਮੋਦੀ ਸਾਹਿਬ ਥੋੜਾ ਜਿਹਾ ਪੋਲੀਟੀਕਲੀ ਕਰਨ। ਮੋਦੀ ਸਾਹਿਬ ਅਸੀਂ ਸਾਰੇ ਬੜਾ ਰਿਸਪੈਕਟ ਕਰਦੇ ਹਾਂ, ਦੇਖੋ ਕਿੱਡਾ ਐਮਐਸਪੀ ਵਧਾਤਾ ਉਹਨਾਂ ਨੇ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਵੀ ਇਤਨੀ ਵਾਰੀ ਹੋਇਆ ਔਰ ਪੋਲੀਟੀਕਲ ਵਿਲ ਨਹੀਂ ਸੀਗੀ, ਉਹ ਪੋਲੀਟੀਕਲ ਵਿਲ ਦੀ ਅਗਰ ਅੱਜ ਬੀਜੇਪੀ ਔਰ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਕਰਦੇ ਨੇ, ਤੇ ਉਹੀ ਜਿਹੜੀ ਪਾਰਟੀ ਇੰਨੇ ਸਾਲ ਸੱਤਾ 'ਚ ਸੀਗੀ ਔਰ ਪੋਲੀਟੀਕਲ ਵਿਲ ਨਹੀਂ ਦਿਖਾਈ, ਹੁਣ ਤਾਂ ਅਸੀਂ ਫੌਜੀ ਸ਼ਹੀਦ ਕਰਾ ਕੇ, ਹੁਣ ਜ਼ਖਮੀ ਸ਼ੇਰ ਤਾਂ ਵੈਸੇ ਹੀ ਕਿਸੇ ਨੂੰ ਨਹੀਂ ਬਖਸ਼ਦਾ ਜੀ। ਤੁਸੀਂ ਫੌਜ ਤੇ ਜੇ ਸਾਡੇ 40 ਚੱਕ ਤੇ ਉਹਨਾਂ ਨੇ ਸ਼ਹੀਦ ਕਰਦੇ ਤੇ ਫੌਜ ਨੇ ਤਾਂ ਬਦਲਾ ਲੈਣਾ ਹੀ ਸੀ। ਅਰੇ ਸਾਹਿਬ, ਜੇਕਰ ਫੌਜ ਨੂੰ ਖੁੱਲਾ ਹੱਥ ਦੇਤਾ ਤਾਂ ਵੀ ਕ੍ਰਿਟਿਸਿਜ਼ਮ ਹੈ। ਫੌਜ ਨੂੰ ਖੁੱਲਾ ਹੱਥ ਨਾ ਦੇਣਾ ਇੱਕ ਬਹੁਤ ਵੱਡੀ ਮਾੜੀ ਰਾਜਨੀਤੀ, ਤਾਂ ਵੀ ਕ੍ਰਿਟਿਸਿਜ਼ਮ ਹੈ। ਮਾੜੀ ਰਾਜਨੀਤੀ ਹੈ। ਫੌਜ ਨੂੰ ਖੁੱਲਾ ਹੱਥ ਨਾ ਦੇਣਾ ਵੀ ਮਾੜੀ ਰਾਜਨੀਤੀ ਹੈ। ਔਰ ਸਾਹਿਬ, ਇਹ ਸਵਾਲ ਦੇ ਉੱਤੇ ਵੀ ਥੋੜੀ ਜਿਹੀ ਡਿਬੇਟ ਸਾਡੇ ਮੁਲਕ 'ਚ ਹੋ ਜਾਣੀ ਚਾਹੀਦੀ ਹੈ। ਸਾਡੇ ਪੋਲੀਟੀਕਲ ਲੀਡਰ ਫੌਜ ਨੂੰ ਖੁੱਲਾ ਹੱਥ ਦੇਣ ਦੇ ਮਸਲੇ ਤੇ ਵੀ ਸਿਆਸਤ ਕਰਦੇ ਨੇ ਤੇ ਫੌਜ ਦਾ ਹੱਥ ਘੁੱਟਣ ਤੇ ਵੀ ਸਿਆਸਤ ਕਰਦੇ ਨੇ। ਖਬਰਾਂ ਇਹ ਵੀ ਨੇ ਕਿ ਬਹੁਤ ਸਾਰੇ ਸਾਡੇ ਫੌਜੀ ਨੇ ਜਿਨ੍ਹਾਂ ਤੇ ਪਰਚੇ ਦੇਤੇ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦੀ ਅਦਾਲਤਾਂ 'ਚ ਵੀ ਪਟੀਸ਼ਨ ਲਈ ਹੈ। ਤੁਸੀਂ ਇਹਨਾਂ, ਮੈਂ ਕਰਨਲ ਸਾਹਿਬ ਦੀ ਇੱਕ ਟਿੱਪਣੀ ਲੈ ਲਾਂ। ਕਰਨਲ ਸਾਹਿਬ, ਇਸ ਸਥਿਤੀ ਤੇ ਲੈਣਾ ਚਾਹੁੰਦਾ, ਇਹ ਕਿਉਂ ਵਾਪਰਿਆ ਔਰ ਇਹਦਾ ਫੌਜੀ, ਜਦੋਂ ਅੱਜ ਤੁਸੀਂ ਐਡੀ ਵੱਡੀ ਪ੍ਰਾਪਤੀ ਕੀਤੀ ਹੈ, ਹੁਣ ਫੌਜੀਆਂ ਦੀ ਮੰਗ ਕੀ ਹੈ? ਕੀ ਉਹ ਖਾਰਜ ਹੋ ਜਾਣੇ ਚਾਹੀਦੇ ਕੇਸ ਸਾਰੇ? ਮੰਗ ਕਰੋਗੇ ਕਦੀ ਮੋਦੀ ਸਾਹਿਬ ਤੋਂ ਜਾਂ ਬੀਜੇਪੀ ਵਾਲਿਆਂ ਤੋਂ ਵੀ ਸਾਡੀ ਵੀ ਸੁਣ ਲਓ? ਕੇਸਾਂ ਤੋਂ ਪਹਿਲਾਂ ਜਿਹੜੀ ਗੱਲ ਹੈ ਨਾ, ਜਿਹੜਾ ਮਾਹੌਲ ਹੈ ਉੱਥੇ ਕੀ ਮਾਹੌਲ ਬਣ ਗਿਆ ਵੀ ਹੁਣ ਟੈਰਰਿਸਟਾਂ ਦਾ ਗਨ ਦਾ ਜਿਹੜਾ ਡਰ ਸੀ ਉਹ ਆਲੇ ਦੁਆਲੇ ਦੇ ਇਲਾਕਿਆਂ 'ਚ ਇੰਨਾ ਹੈ, ਉਹ ਸਾਰੇ ਲੋਕਾਂ ਨੂੰ ਉੱਥੇ ਜਿੱਥੇ ਆਰਮੀ ਦਾ ਆਪਰੇਸ਼ਨ ਚੱਲਦਾ ਉੱਥੇ ਪੱਥਰ ਮਾਰਨ ਭੇਜ ਦਿੰਦੇ ਆ। ਜਦੋਂ ਉਹ ਪੱਥਰ ਮਾਰਦੇ ਆ, ਜੇ ਆਰਮੀ ਰਸਤਾ ਖੋਲਦੀ ਹੈ, ਇੱਕ ਤਾਂ ਬੰਦਾ ਮਰ ਗਿਆ ਤੇ ਆਰਮੀ ਦੇ FIR ਦਰਜ ਹੁੰਦੀ ਹੈ। ਇਹ ਹੋਈਆਂ ਇਦਾਂ ਆਰਮੀ ਤੇ ਹੋਈਆਂ ਜੀ। ਮੇਜਰ ਸਾਹਿਬ ਉਹਨਾਂ ਦੇ ਫਾਦਰ ਸੁਪਰੀਮ ਕੋਰਟ ਗਏ ਤਾਂ FIR ਬੜੀਆਂ ਹੋਈਆਂ। ਹਾਂ, ਬੜੀਆਂ ਹੋਈਆਂ ਨੇ, ਉਹ ਬੰਦੇ ਭੁਗਤ ਰਹੇ ਨੇ। ਵੀ ਜੇ ਆਰਮੀ ਦੇ ਆਪਰੇਸ਼ਨ 'ਚ ਕੋਈ ਡਿਸਟਰਬੈਂਸ ਲਿਆਉਂਦਾ ਹੈ, ਉਸ ਤੇ ਕੋਈ FIR ਨਹੀਂ ਹੋਣੀ ਚਾਹੀਦੀ। ਜੇ ਆਰਮੀ ਨੇ ਕਿਤੇ ਬੰਦੇ ਮਾਰੇ ਨੇ, ਘਰੇ ਜਾ ਕੇ ਮਾਰੇ ਨੇ, ਅੰਦਰ ਜਾ ਕੇ ਮਾਰੇ ਨੇ, ਜ਼ਰੂਰ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਗਲਤ ਤਾਂ ਨਹੀਂ ਮਾਰਦੇ। ਮੈਂ ਤੁਹਾਡੇ ਤੋਂ ਬੜਾ ਅਹਿਮ ਸਵਾਲ ਪੁੱਛੂੰਗਾ। ਜਿਹੜਾ ਜ਼ਿਕਰ ਆਇਆ, ਜਿਵੇਂ ਕਰਨਲ ਸਾਹਿਬ ਨੇ ਵੀ ਜ਼ਿਕਰ ਕੀਤਾ ਔਰ ਮੈਂ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇੱਥੇ ਤੁਹਾਡੇ ਨਾਲ ਜੁੜੂੰਗਾ, ਮੋਦੀ ਸਾਹਿਬ ਨੂੰ ਕਰਨਾ ਕੀ ਚਾਹੀਦਾ? ਮੋਦੀ ਸਾਹਿਬ ਨੂੰ ਕਰਨਾ ਕੀ ਚਾਹੀਦਾ? ਹੁਣ ਜਿਹੜਾ ਹਮਲਾ ਹੋਇਆ, ਹਾਲਾਂਕਿ ਇਹਦੇ ਤੇ ਵੀ ਰਾਜਨੀਤੀ ਮੈਨੂੰ ਦਿਖਦੀ ਹੈ। ਬਹੁਤ ਸਾਰੇ ਲੋਕ ਕਹਿੰਦੇ ਵੀ ਮੋਦੀ ਸਾਹਿਬ ਕਰਕੇ ਹੋ ਗਿਆ, ਅਸਲ 'ਚ ਦੇਸ਼ ਦਾ ਪ੍ਰੈਸ਼ਰ ਸੀ ਜੀ। ਵੀ ਇਹ ਜਿਹੜੀ ਹੁਣ ਮੌਜੂਦਾ, ਮੈਂ ਮੋਦੀ ਦਾ ਵਿਰੋਧੀ ਨਹੀਂ, ਮੈਂ ਮੋਦੀ ਸਾਹਿਬ ਦਾ ਵਿਰੋਧੀ ਨਹੀਂ। ਸਾਡੇ ਉਹ ਤਾਂ ਵੱਖਰੀ ਗੱਲ ਆ, ਬਦਲਦਾ ਰਹਿੰਦਾ ਕੰਮ। ਦੇਖੋ, ਕਸ਼ਮੀਰ ਨੂੰ ਸਮਝੋ, ਕਸ਼ਮੀਰ ਜਿਹੜਾ ਘਾਟੀ ਹੈ ਜਾਂ ਕਸ਼ਮੀਰ ਸੂਬਾ ਹੈਗਾ, ਉਹਦੇ 'ਚ ਪੋਲੀਟੀਕਲ ਪਾਰਟੀਆਂ ਕਿਹੜੀਆਂ ਹੈਗੀਆਂ? ਨੈਸ਼ਨਲ ਕਾਨਫਰੰਸ ਜੀ, PDP, ਕਾਂਗਰਸ, ਇਹ 3 ਹੈਗੇ ਮੇਨ ਜੀ। ਜਿਹੜੇ ਤਾਂ ਨੈਸ਼ਨਲ ਕਾਨਫਰੰਸ, ਕਾਂਗਰਸ ਆ, ਉਹ ਤਾਂ
ਇੰਡੀਆ ਪ੍ਰੋ ਇੰਡੀਆ ਕਹਿ ਲਓ ਤੁਸੀਂ ਜੀ ਜਿਹੜੀ ਅੱਤਵਾਦੀਆਂ ਨਾਲ ਸਿੰਪਥੀ ਰੱਖਣ ਵਾਲੀ ਪਾਰਟੀ ਉਹ PDP PDP ਜੀ। ਹੈ ਤੇ ਹੁਰੀਅਤ ਵਾਲੇ ਹੈ ਜੀ ਦੋ ਫੋਰਸਸ ਹੈਗੀਆਂ। ਹੁਣ PDP ਨਾਲ BJP ਨੇ ਕੀਤਾ ਸਮਝੌਤਾ, ਇਹਦਾ ਵੀ ਨੁਕਸਾਨ ਰਿਹਾ ਜਿਹੜਾ ਲੰਮਾ ਸਮਾਂ ਉਹ PDP ਜਿਹੜੀ ਹੈ ਉਹ ਇੱਕ ਨਰਮੀ ਰੱਖਦੀ ਹੈ ਟੈਰਰਿਸਟਾਂ ਨਾਲ। ਉਹ ਇਹਨਾਂ ਨੂੰ ਕਹੇ ਗੱਲਬਾਤ ਕਰੋ, ਉਹਨਾਂ ਨੂੰ ਆਹ ਸਾਰਾ ਕੁਝ ਹੋਇਆ ਨਾ ਜਿਹੜਾ ਵੀ ਉਹ ਤੇ ਕੇਸ ਨਹੀਂ ਦਰਜ ਕਰਨੇ ਜਾਂ ਨਹੀਂ ਹੋਣਾ, ਤਲਾਸ਼ੀ ਨਹੀਂ ਹੋਣੀ ਜਾਂ ਪੱਥਰਬਾਜ਼ਾਂ ਤੇ ਇਹ PDP ਕਰਕੇ ਹੋਇਆ, ਇਹ BJP ਦਬਾਅ 'ਚ ਆਈ। PDP ਨੇ ਤਾਂ ਕਰਨਾ ਹੀ ਆਏਗਾ, ਪਤਾ ਹੀ ਹੈ, ਪਰ BJP ਨੇ ਕਿਉਂ ਕਰਨਾ ਮੰਨੀ ਆ ਜੀ। ਹੁਣ BJP ਦੇਖੋ ਇਹਦੇ ਵਿੱਚ ਕੀ ਹੈ, ਜੇ ਤਾਂ ਆਰਮੀ ਨੂੰ ਕਹੋ ਵੀ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਤੁਸੀਂ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਹੱਲ ਕਰੋ। ਤੇ ਜੇ ਤੁਸੀਂ ਦੇਖਣੀ ਹੈ ਵੀ ਵੋਟਾਂ ਕਿਵੇਂ ਲੈਣੀਆਂ, ਵੀ ਹੁਣ ਵੋਟਾਂ ਨੇੜੇ ਆ ਗਈਆਂ, ਹੁਣ ਵੋਟਾਂ ਪੈਣਗੀਆਂ, ਫਿਰ ਹਾਲਾਤ ਜਿਹੜੇ ਆ ਨਾ ਉਹ ਹੋਰ ਕਿਸਮ ਦੇ ਹੋ ਜਾਂਦੇ। ਇਹ ਗੱਲ ਮਾੜੀ ਹੈ ਵੀ ਕੋਈ ਵੀ ਪੋਲੀਟੀਕਲ ਪਾਰਟੀ ਇਹ ਸ਼ਹੀਦਾਂ ਦੇ ਖੂਨ ਤੋਂ ਪੋਲੀਟੀਕਲ ਮਾਇਨਾ ਲੈਣ ਦੀ ਕੋਸ਼ਿਸ਼ ਨਾ ਕਰੇ। ਜੀ ਚਲੋ ਮੈਂ ਹੁਣ ਇੱਕ ਸਵਾਲ ਹੋਰ ਲੈਣਾ, ਜੇ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਜਿਹੜੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕ ਹੈ ਜਾਂ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਲੋਕ ਨੇ, ਉਹਨਾਂ ਲਈ ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਆ? ਹਰ ਵਾਰੀ ਰੋਲਦੇ ਆ, ਮੈਂ ਬੜੇ ਰੋਲਦੇ ਦੇਖਿਆ ਪੰਜਾਬ ਵਾਲੇ ਲੋਕ, ਡੰਗਰ ਵੀ ਸਾਡੇ ਬਹੁਤਿਆਂ ਦੇ ਰੋਲ ਜਾਂਦੇ ਆ, ਬੱਚੇ ਵੀ ਰੋਲ ਜਾਂਦੇ। ਮੈਂ ਕੰਕਲੂਡ ਇਹਦੇ ਤੇ ਕਰੂੰਗਾ, ਜੇ ਜੰਗ ਵਾਲੀ ਸਥਿਤੀ ਬਣਦੀ ਹੈ ਕਿਉਂਕਿ ਹੁਣ ਖਤਰਾ ਕਿਸੇ ਵੀ ਤਰ੍ਹਾਂ ਦਾ ਹੈ, ਤੇ ਸਰਕਾਰ ਦੀ ਹੁਣ ਜ਼ਿੰਮੇਵਾਰੀ ਸਰਹੱਦੀ ਇਲਾਕੇ ਦੇ ਲੋਕਾਂ ਲਈ ਕੀ ਹੈ? ਕਿਉਂਕਿ ਜਿਹੜੇ ਲੋਕ ਦੂਰ ਬੈਠੇ, ਕੋਈ ਗੁਜਰਾਤ ਬੈਠਾ ਹੈ, ਕੋਈ ਕਿਤੇ ਵੀ ਉੜੀਸਾ 'ਚ ਬੈਠਾ ਹੈ, ਕੋਈ ਮੱਧ ਪ੍ਰਦੇਸ਼ 'ਚ ਬੈਠਾ ਹੈ, ਉਹ ਸਾਰੇ ਲੋਕ ਮੰਗ ਵੀ ਕਰਦੇ ਨੇ ਕਿ ਚੱਕ ਦੋ ਜੰਗ ਕਰ ਲੋ, ਚੱਕ ਦੋ ਫੱਟੇ, ਜਿਵੇਂ ਪੰਜਾਬੀ ਦਾ ਸ਼ਬਦ, ਉਹ ਚੱਕ ਦੋ ਫੱਟ। ਜਾਂ ਤਾਂ ਇੱਕ ਸੁਝਾਅ ਇਹ ਹੈ ਵੀ ਜਿਹੜੇ ਉਹ ਦੂਰ ਦੂਰ ਬੈਠੇ ਅਪੀਲਾਂ ਕਰਦੇ ਨੇ ਉਹ ਵੀ ਕਮਰੇ ਲੈ ਲੈਣ ਕਿਰਾਏ ਤੇ ਆ ਕੇ ਬਾਰਡਰ ਤੇ, ਤਾਂ ਕਿ ਉਹਨਾਂ ਨੂੰ ਜੰਗ ਦਾ ਥੋੜਾ ਜਿਹਾ ਜਿਹੜਾ ਸੇਕ ਹੈ ਉਹ ਸਮਝ ਆਵੇ ਕਿ ਜੰਗ ਦਾ ਸੇਕ ਕਿੰਨਾ ਹੁੰਦਾ ਹੈ। ਔਰ ਪੰਜਾਬ ਬਰਬਾਦ ਹੋ ਗਿਆ ਜੰਗਾਂ ਕਰਕੇ, ਹੈਰੋਇਨ ਸਾਡੇ ਇੱਥੇ ਆ ਰਹੀ ਹੈ, ਨਸ਼ੇ ਸਾਡੇ ਇੱਥੇ ਆ ਰਹੇ, ਅੱਤਵਾਦ ਅਸੀਂ ਚੱਲਿਆ, ਇਹ ਸਾਰਾ ਵੀ ਕਿਤੇ ਨਾ ਕਿਤੇ ਜੰਗਾਂ ਦਾ ਸਾਈਡ ਇਫੈਕਟ ਸੀਗਾ। ਜੀ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਤੁਹਾਡਾ ਪਹਿਲਾ ਸਵਾਲ ਸੀਗਾ ਵੀ ਪ੍ਰਧਾਨ ਮੰਤਰੀ ਜੀ ਨੂੰ ਕੀ ਕਰਨਾ ਚਾਹੀਦਾ। ਜੀ ਮੇਰਾ ਉਸ ਦੇ ਉੱਪਰ ਇੱਕ ਟਿੱਪਣੀ ਹੈ, ਤੁਸੀਂ ਪੁੱਛਿਆ ਤਾਂ ਔਜਲਾ ਸਾਹਿਬ ਨੂੰ ਸੀ ਵੀ ਉਹਨਾਂ ਨੂੰ ਸਾਇਲੈਂਟ ਰਹਿਣਾ ਚਾਹੀਦਾ ਇੱਕ ਅਫੀਸਰ ਤਰ੍ਹਾਂ, ਜਿਹੜੇ ਕਿ ਆਰਮੀ ਅਫੀਸਰ ਨੇ, ਥੋੜਾ ਵੋਲਿਊਮਸ ਜਿਹੜੀ ਆ ਉਹਨਾਂ ਲੈਂਗੁਏਜ ਜਿਹੜੀ ਆ ਕਿ ਉਹ ਕਰਨਾ ਤਾਂ ਬਾਅਦ ਵਿੱਚ ਹੀ ਆ ਸੀ ਕੁਝ ਵੀ, ਉਹ ਪਹਿਲਾਂ ਹੀ ਸਾਰਾ ਕੁਝ ਦੱਸ ਦਿੰਦੇ ਨੇ ਆਮ ਇੱਕ ਰਾਜਨੀਤਿਕ ਲੋਕਾਂ ਤਰ੍ਹਾਂ। PM ਨੇ ਉਹਨਾਂ ਨੂੰ ਘੱਟ ਬੋਲਣਾ ਚਾਹੀਦਾ ਦੇਸ਼ ਦੇ ਵਿਸ਼ੇ ਦੇ ਉੱਪਰ। ਹਾਂ, ਜਦੋਂ ਲੋੜ ਪਵੇ ਉਦੋਂ ਗੱਜ ਕੇ ਬੋਲਣ ਤਾਂ ਕਿ ਪਤਾ ਲੱਗੇ ਸਾਹਮਣੇ ਵਾਲੇ ਪ੍ਰਧਾਨ ਮੰਤਰੀ ਨੂੰ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬੋਲ ਰਿਹਾ। ਬਿਲਕੁਲ। ਔਰ ਦੂਸਰੀ ਗੱਲ, ਜਿਸ ਤਰ੍ਹਾਂ ਆਰਮੀ ਦੇ ਚੀਫਾਂ ਨੇ ਗੱਲ ਕੀਤੀ ਆ ਜਾਂ ਉਹਨਾਂ ਨੇ ਬਾਰਡਰ ਹੁਣ ਆਈ ਹੈ ਗੱਲ ਬਾਰਡਰ ਦੀ, ਤੁਸੀਂ ਕੀਤੀ ਜਿਹੜੀ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਰੈੱਡ ਅਲਰਟ ਕਰ ਦਿੱਤਾ ਹੈਗਾ ਸਾਰੇ ਪਾਸੇ। ਜੀ, ਚਲੋ ਬੱਚਿਆਂ ਦੀ ਪੜ੍ਹਾਈ ਡਿਸਟਰਬ, ਬੱਚਿਆਂ ਦੇ ਇਮਤਿਹਾਨ ਚੌਕਸੀ ਬਹੁਤ ਦੇਖੋ, ਇਹ ਤਾਂ ਹੁਣ ਇੱਕ ਗੱਲ ਤਾਂ ਹੋਏਗੀ ਜੀ ਜਦੋਂ ਦੇਸ਼ ਦੇ PM ਸਾਹਿਬ ਨੇ ਡਿਸੀਜਨ ਲੈ ਲਿਆ। ਮੈਂ ਅਸਰ ਦੱਸ ਰਿਹਾ ਕਿ ਪੰਜਾਬ ਨੂੰ ਨੁਕਸਾਨ ਕਿੱਦਾਂ ਹੁੰਦਾ। ਜਿਹੜਾ ਬੱਚਾ ਸਰਹੱਦ ਤੇ ਕਾਇਦਾ ਪੜ ਰਿਹਾ ਰਾਤ ਨੂੰ, ਉਹਦੀ ਮਾਂ ਨੇ ਸਾਰੀ ਰਾਤ ਚਿੰਤਾ 'ਚ ਜਾਗਣਾ ਤੇ ਜਵਾਕ ਨੇ ਇਸ ਕਰਕੇ ਜਾਗਣਾ ਕਿ ਪਤਾ ਨਹੀਂ ਕਦੋਂ ਬੰਬ ਵੱਜਣਾ। ਮੈਨੂੰ ਯਾਦ ਹੈ 65 ਦੀ ਜੰਗ ਦੇ ਵਿੱਚ ਮੈਂ 5-6 ਸਾਲ ਦਾ ਸੀ, ਲੋਕਾਂ ਦੇ ਡੰਗਰ ਰੁਲ ਜਾਂਦੇ ਨੇ, ਕੋਈ ਟਰਾਲੀਆਂ 'ਚ ਦੌੜ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਜੀ, ਰਾਤ ਨੂੰ ਮੋਰਚਾ 'ਚ ਫੌਜੀ ਜ਼ਰੂਰ ਮਦਦ ਕਰਦੇ ਆ, ਫੌਜੀ ਮਦਦ ਕਰਦੇ। ਅੱਜ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਸਾਨੂੰ ਸੰਭਲਣਾ ਚਾਹੀਦਾ ਇਸ ਵਿਸ਼ੇ ਦੇ ਉੱਪਰ, ਔਰ ਇਹ ਵੀ ਨਹੀਂ 130-32 ਕਰੋੜ ਲੋਕਾਂ ਦਾ ਮੁਲਕ ਹੋਵੇ ਤਾਂ ਉਹ ਚੁੱਪ ਕਰਕੇ ਸੌ ਜਾਵੇ, ਇਹ ਵੀ ਕਾਬਲੇ ਬਰਦਾਸ਼ਤ। ਬਿਲਕੁਲ ਠੀਕ ਹੈ। ਚਲੋ ਤੁਸੀਂ ਜੰਗ ਦੇ ਹਮਾਇਤੀ ਹੋ। ਹਮਾਇਤੀ ਨਹੀਂ, ਦੇਖੋ ਫਿਰ ਮੇਰੇ ਤੋਂ ਇਹ ਕੀ ਗੱਲ, ਮੈਂ ਤਾਂ ਵੈਸੇ ਹੀ ਜੀਵਨ ਚ ਲੜਨ ਦੇ ਹੱਕ ਚ ਨਹੀਂਗਾ, ਵਿਚਾਰ ਹੀ ਐਸਾ ਤੁਹਾਡਾ ਹੋਣਾ ਚਾਹੀਦਾ। ਇੱਕ ਗੱਲ ਸਰ ਮੈਂ ਆਪਾਂ ਦੇਸ਼ ਭਗਤ ਇੱਕ ਲਫ਼ਜ਼ ਬੋਲ ਸਕਦਾ, ਇੱਕ ਲਫ਼ਜ਼ ਬੋਲ ਸਕਦਾ ਨਹੀਂ ਡੱਲਾ ਸਾਹਿਬ ਇਹ ਸਰ ਵੀ ਜਿਹੜੀ ਗੱਲ ਕਰਕੇ ਇਹ ਸਾਰਾ ਕੁਝ ਹੁੰਦਾ ਉਹਨੂੰ ਐਡਰੈਸ ਨਹੀਂ ਕਰਦਾ ਸਰ ਇੱਕ ਲਫ਼ਜ਼ ਜਿਹੜਾ ਹਮਲਾ ਕਰਨਾ ਉਧਰੋਂ ਬੰਦੇ ਆ ਸਰ ਇੱਕ ਲਫ਼ਜ਼ ਦੇ ਵਿੱਚ ਮੈਂ ਸਾਰਾ ਕੁਝ ਦੱਸ ਸਕਦਾ। ਤੁਸੀਂ ਕਸ਼ਮੀਰ ਦਾ ਮਸਲਾ ਕਸ਼ਮੀਰ ਦੇ ਲੋਕਾਂ ਨਾਲ ਬਹਿ ਕੇ ਹੱਲ ਕਰੋ। ਇੱਕ ਸ਼ਬਦ ਚ ਖਤਮ ਕਰਨਾ ਕਰਕੇ ਮੈਂ ਆਖਰੀ ਸਵਾਲ ਲਊਂਗਾ, ਪੰਜਾਬ ਨੂੰ ਜੰਗ ਦਾ ਨੁਕਸਾਨ ਕਿਵੇਂ ਤੁਸੀਂ ਅੱਜ ਤੱਕ ਮਹਿਸੂਸ ਕੀਤਾ? ਕਿੰਨੀਆਂ ਜੰਗਾਂ ਹੋਈਆਂ? ਦੇਖੋ 65 ਚ ਕਿੰਨਾ ਨੁਕਸਾਨ ਹੋਇਆ, 71 ਚ ਕਿੰਨਾ ਨੁਕਸਾਨ ਹੋਇਆ, ਉਦੋਂ ਮਗਰੋਂ ਵੀ ਇੱਕ ਦੋ ਵਾਰੀ ਹਾਲਾਤ ਇਹ ਜਿਹੇ ਬਣੇ ਵੀ ਸਾਡੇ ਮੇਰੇ ਰਿਸ਼ਤੇਦਾਰ ਉੱਥੇ ਉਹ ਛੱਡ ਕੇ ਵਿਚਾਰੇ ਘੁੰਮਦੇ ਆ, ਪਰ ਘਰ ਛੱਡ ਕੇ ਜਾਣਾ, ਕੋਈ ਬਜ਼ੁਰਗ ਛੱਡ ਕੇ ਆਉਂਦਾ, ਕੋਈ ਸਾਰਾ ਸਮਾਨ ਵੀ ਨਹੀਂ ਚੱਕ ਹੁੰਦਾ। ਸੋ ਉਦੋਂ ਇਲਾਵਾ ਜਿਹੜੀ ਇੱਕ ਹਿਊਮਨ ਲਾਸ ਆ ਨਾ, ਦੇਸ਼ ਕੀ ਹੁੰਦਾ, ਦੇਸ਼ ਕੋਈ ਜ਼ਮੀਨ ਨਹੀਂ ਹੁੰਦੀ, ਦੇਸ਼ ਲੋਕ ਦੇਸ਼ ਹੁੰਦੇ ਆ। ਜੇ ਲੋਕ ਮਰਦੇ ਆ ਫਿਰ ਦੇਸ਼ ਨੂੰ ਕੀ ਸਿਰ ਤੇ ਚੱਕਣਾ ਹੈ? ਬਹੁਤ ਵੱਡੀ ਗੱਲ ਕਹੀ ਜੀ, ਜੇ ਲੋਕ ਮਰਦੇ ਆ ਤੇ ਦੇਸ਼ ਟੁੱਟਦਾ। ਕਰਨਲ ਸਾਹਿਬ, ਫੌਜ ਤਾਂ ਚਲੋ ਬਹੁਤ ਮਦਦਗਾਰ ਹੁੰਦੀ ਹੈ, ਲੋਕ ਵੀ ਬਹੁਤ ਫੌਜ ਦੀ ਮਦਦ ਕਰਦੇ ਆ। ਜਦੋਂ ਮੈਨੂੰ ਯਾਦ ਹੈ ਜਦੋਂ ਸਰਹੱਦ ਤੇ ਤਣਾਅ ਹੁੰਦਾ ਤੇ ਸਾਡੇ ਪੰਜਾਬੀ ਤਾਂ ਜਦ ਤੱਕ ਰਾਤ ਨੂੰ ਫੌਜੀਆਂ ਨੂੰ ਸਾਗ ਨਾਲ ਰੋਟੀ ਨਹੀਂ ਖਵਾ ਜਾਂਦੇ ਮੱਕੀ ਦੀ ਜਾ ਕੇ, ਤਦ ਤੱਕ ਉਹ ਸੌਂਦੇ ਨਹੀਂ। ਪਰ ਸਰਕਾਰਾਂ ਦੀ ਜ਼ਿੰਮੇਵਾਰੀ ਉਹਨਾਂ ਬਾਰਡਰ ਬੈਲਟ ਦੇ ਲੋਕਾਂ ਦੇ ਪ੍ਰਤੀ ਤੁਸੀਂ ਕਿਵੇਂ ਦੇਖਦੇ ਹੋ ਕਿ ਨੀਤੀ ਕੋਈ ਜ਼ਿਆਦਾ ਚੰਗੀ ਨਹੀਂ? ਹਾਂਜੀ ਬਿਲਕੁਲ, ਜਿਹੜੇ ਦੇਖੋ ਬਾਰਡਰ ਬੈਲਟ ਤੁਸੀਂ ਉੱਪਰੋਂ ਮੈਂ ਪੁੰਛ ਤੋਂ ਲੈ ਕੇ
ਥੱਲੇ ਗੁਜਰਾਤ ਦੇ ਬਾਰਡਰ ਤੱਕ ਸਾਰੇ ਬਾਰਡਰ ਦੇ ਪਿੰਡਾਂ 'ਚ ਅਸੀਂ ਗਏ ਆ। ਉੱਥੇ ਜਾ ਕੇ ਕੋਈ ਐਕਸਰਸਾਈਜ਼, ਨਾਰਮਲ ਐਕਸਰਸਾਈਜ਼ ਵੀ ਹੁੰਦੇ ਨੇ ਜਦੋਂ ਤੁਸੀਂ ਜਾ ਕੇ ਉੱਥੇ ਮੋਰਚੇ ਵਗੈਰਾ ਕਲੀਨ ਕਰਨੇ ਜਾਂਦੇ ਹੋ, ਐਨੂਅਲੀ ਜਾਂਦੇ ਹੋ, ਵੀ ਉਹ ਲੋਕ ਬੜੇ ਫਰੈਂਡਲੀ ਹੁੰਦੇ ਆ ਤੁਹਾਡੇ ਨਾਲ, ਬੜੀ ਤੁਹਾਡੀ ਹੈਲਪ ਕਰਦੇ ਆ, ਤੁਹਾਨੂੰ ਜੇ ਕੋਈ ਗਾਈਡੈਂਸ ਚਾਹੀਦੀ ਉਹ ਵੀ ਦੱਸਦੇ ਆ। ਪਰ ਉੱਥੇ ਜੇ ਦੇਖਿਆ ਜਾਵੇ ਵੀ ਪਹਿਲੀ ਗੱਲ ਤਾਂ ਉੱਥੇ ਡਿਵੈਲਪਮੈਂਟ ਦੇ ਨਾਂ 'ਤੇ ਬਹੁਤ ਮਾੜੀ ਹਾਲਤ ਹੈ। ਸੜਕਾਂ, ਸਕੂਲ, ਡਿਸਪੈਂਸਰੀਆਂ ਜਾਂ ਹੋਰ ਸਹੂਲਤਾਂ ਪਾਣੀ ਦੀਆਂ ਜਾਂ ਹੋਰ ਹੈ, ਪਹਿਲਾਂ ਹੀ ਸਰਕਾਰ ਵੱਲੋਂ ਬਹੁਤ ਮਾੜੀਆਂ ਹੁੰਦੀਆਂ ਨੇ। ਦੂਸਰਾ, ਉਹ ਬੰਦਿਆਂ ਦੇ ਸਿਰ ਤੇ ਇੱਕ ਤਲਵਾਰ ਲਟਕਦੀ ਰਹਿੰਦੀ ਹੈ ਵੀ ਜਦੋਂ ਵੀ ਕਦੇ ਹਾਲਾਤ ਖਰਾਬ ਹੁੰਦੇ ਨੇ, ਸਭ ਤੋਂ ਪਹਿਲਾਂ ਉੱਥੋਂ ਲੋਕ ਪਰਿਵਾਰ ਮੂਵ ਹੋ ਜਾਂਦੇ ਨੇ, 1-2 ਬੰਦੇ ਪਰਿਵਾਰ 'ਚ ਰਹਿ ਜਾਂਦੇ ਨੇ, ਔਰ ਜਿਹੜੇ ਕੋਈ ਨਹੀਂ ਰਹਿੰਦੇ ਫਿਰ ਉਹ ਚੋਰੀ ਚਕਾਰੀ ਕਿਸੇ ਦਾ ਕੋਈ ਟਿਊਬਵੈੱਲ ਖੋਲ੍ਹ ਲਿਆ, ਮੋਟਰ ਖੋਲ੍ਹ ਲਿਆ, ਉਹੀਆਂ ਜਿਹੀਆਂ ਹਰਕਤਾਂ ਵੀ ਪਿੱਛੇ ਸਾਰੀਆਂ ਹੋ ਜਾਂਦੀਆਂ ਨੇ। ਉਹ ਬੰਦੇ ਬਹੁਤ ਸਫਰ ਕਰਦੇ ਨੇ। ਇਸ ਕਰਕੇ ਜਦੋਂ ਤੱਕ ਸਰਕਾਰ ਉੱਥੇ ਪ੍ਰੋਟੈਕਸ਼ਨ ਪ੍ਰੋਵਾਈਡ ਕਰੇ, ਕਿਉਂਕਿ ਜਦੋਂ ਉੱਥੇ ਲੋਕ ਮੂਵ ਆਊਟ ਕਰ ਜਾਂਦੇ ਨੇ, ਥੋੜੇ ਜਿਹੇ ਬੰਦੇ ਰਹਿ ਜਾਂਦੇ ਨੇ ਤੇ ਦੂਜੇ ਚੋਰ ਚੱਕਿਆਂ ਦਾ ਉੱਥੇ ਜ਼ਿਆਦਾ ਰਾਜ ਜਾਂਦਾ। ਜਦੋਂ ਜੰਗ ਲੜਦੀ ਹੈ, ਸਰਹੱਦੀ ਇਲਾਕਿਆਂ ਦੇ ਲੋਕ ਜ਼ਿਆਦਾ ਮਰਦੇ ਨੇ ਜਾਂ ਦੂਸਰੇ ਇਲਾਕਿਆਂ ਦੇ ਲੋਕ? ਨਹੀਂ, ਇਲਾਕਿਆਂ ਦੇ ਤਾਂ ਦੂਸਰਿਆਂ ਦੇ ਮਰਨਗੇ, ਕਿਉਂਕਿ ਸਰਹੱਦਾਂ ਤੋਂ ਤਾਂ ਲੋਕ ਤਾਂ ਖਾਲੀ ਕਰਾ ਲੈਂਦੇ। ਹਾਂ, ਉਹਨਾਂ ਦੀਆਂ ਪ੍ਰਾਪਰਟੀਆਂ ਹੋਰ ਸਾਰਾ ਜਿਹੜੇ ਖੇਤ ਖੂਤ ਹੈ, ਬੰਬ ਚੱਲਦੇ ਆ, ਬੰਬ ਬਹੁਤ ਰੇਅਰਲੀ ਕੋਈ ਬਾਰਡਰ ਦੇ ਕਰਾਈਬ ਕਰਦਾ। ਬੰਬ ਜ਼ਿਆਦਾ ਅੰਦਰ ਵਾਈਟਲ ਟਾਰਗੇਟ ਤੇ ਕਰਦੇ ਨੇ, ਜਿੱਥੇ ਕੰਟੂਨਮੈਂਟਸ ਨੇ, ਡਿਪੋਜ਼ ਨੇ, ਅਮਨੀਸ਼ਨ ਡਿਪੋ ਨੇ, ਉਹ ਸਿਲੈਕਟਡ ਟਾਰਗੇਟ। ਔਰ ਅੱਜ ਕੱਲ ਦੀ ਲੜਾਈ 'ਚ ਤਾਂ ਕੋਈ ਬਲੈਕ ਆਊਟ ਵੀ ਨਹੀਂ ਹੋਣਾ ਵੀ ਲਾਈਟ ਚਲੀ ਗਈ ਸਾਰਾ ਗੁਬਾਜ। ਅੱਜ ਕੱਲ ਤਾਂ ਬਿਲਕੁਲ ਜਿਹੜੇ ਨਾਈਟ ਵਿਜ਼ਨ ਡਿਵਾਈਸਿਸ ਨੇ, ਸਾਰਾ ਕੁਝ ਐਬਸੋਲੂਟਲੀ ਕਲੀਅਰ ਹੈ ਤੁਹਾਨੂੰ। ਚਲੋ, ਅੱਜ ਕੱਲ ਤਾਂ ਬੰਦੂਕਾਂ ਨੂੰ ਰਾਤ ਨੂੰ ਵੀ ਦਿਖਦਾ ਹੈ। ਚਲੋ, ਬੰਦੂਕਾਂ ਅਨੀਆਂ ਰਹਿਣ ਤੇ ਉਹਦੇ 'ਚ ਹੀ ਮੁਲਕਾਂ ਦੀ ਭਲਾਈ ਹੈ। ਬਹੁਤ ਬਹੁਤ ਧੰਨਵਾਦ ਔਜਲਾ ਸਾਹਿਬ, ਤੁਸੀਂ ਵੀ ਆਪਣੀ ਗੱਲ ਰੱਖੀ ਇਹਨਾਂ ਸਾਰੇ ਮੁੱਦਿਆਂ ਤੇ। ਕਰਨਲ ਸਾਹਿਬ, ਤੁਹਾਡਾ ਵੀ ਧੰਨਵਾਦ, ਔਰ ਬਹੁਤ ਬਹੁਤ ਧੰਨਵਾਦ ਭਾਰਤ ਭੂਸ਼ਣ ਕੌਸ਼ਿਕ ਸਾਹਿਬ, ਇਹਨਾਂ ਨੇ ਵੀ ਆਪਣੀ ਗੱਲ ਰੱਖੀ, ਔਰ ਖਲੀਫਾ ਸਾਹਿਬ ਨੇ ਵੀ ਗੱਲ ਰੱਖੀ। ਅੱਜ ਦੇ ਮਜਮੂਨ ਦਾ ਨਿਚੋੜ ਇਹੀ ਹੈ ਕਿ ਮਸਲਾ ਜ਼ਰੂਰ ਹੱਲ ਹੋਵੇ, ਪਾਕਿਸਤਾਨ ਨਾਲ ਗੱਲਬਾਤ ਨਾਲ ਹੋਵੇ, ਦੁਨੀਆ ਦੇ ਦਬਾਅ ਨਾਲ ਹੋਵੇ, ਆਪਸੀ ਸਹਿਮਤੀ ਨਾਲ ਹੋਵੇ, ਪਰ ਜੰਗ ਨਾਲ ਨਾ ਹੋਵੇ, ਕਿਉਂਕਿ ਜੰਗ ਨਾਲ ਸਾਡੇ ਹੋਰ ਫੌਜੀ ਸ਼ਹੀਦ ਹੋਣਗੇ। ਤੇ ਫੌਜੀ ਜਦੋਂ ਸ਼ਹੀਦ ਹੁੰਦੇ ਨੇ, ਅਸੀਂ ਮਾਣ ਜ਼ਰੂਰ ਕਰਦੇ ਹਾਂ, ਪਰ 2-3-4 ਮਹੀਨੇ ਬਾਅਦ ਫੌਜੀਆਂ ਦੇ ਪਰਿਵਾਰਾਂ ਦੀ ਸਾਰ ਕਿੰਨੇ ਕੁ ਲੋਕ ਅਸੀਂ ਲੈਂਦੇ ਹਾਂ। ਅਸੀਂ ਵੀ ਕਦੀ ਆਪਣੀ ਪੀੜ੍ਹੀ ਥੱਲੇ ਸੋਟੀ ਫੇਰ ਲਈਏ। ਉੜੀ 'ਚ ਜਿਹੜੇ ਸ਼ਹੀਦ ਹੋਏ ਸੀ, ਮੈਨੂੰ ਲੱਗਦਾ ਬਹੁਤੇ ਉਹਨਾਂ ਦਾ ਨਾਮ ਵੀ ਭੁੱਲ ਗਏ ਹੋਣਗੇ। ਬਹੁਤ ਬਹੁਤ ਧੰਨਵਾਦ।